श्री नानक अंगद गुरु अमरदास पदवंद रामदास अर्जन गुरु वर श्री हर गोबिंद हरि राय हर कृष्ण गुर तेग बहादुर चंद दसवें गोविंद सिंह गुरु नमो चरण अरविंद जिसमें है अमृत ज्ञान है मानक भगत वैराग श्री गुरु ग्रंथ साहिब उदद बंदों कर अनुराग सतगुर शब्द कमाए जिन जीते पंच विकार तिन संतन को बंदना सिर चरणन परतार होवै सिफत खसम दी नूर अरसों कुरसों चटिया तुद डिठे सच्चे पातशाह मल जन्म जन्म दी कटिया। वाहिगुरु साहिब जी ओ सवैया बारी रची जस उज्जल की बिगसे जिम फूल सदा सुख बारी बारी ए बारी रटे जिस नाम उदारत है जग जे निप बारी बारी गुरु पर पंथ शुरू किए पौशरनी करिए न अबारी बारी बचन हरै मल पापन श्रोत सिख सदा पर बारी बारी रची जस उज्जल की। वाहिगुरु जी का खालसा वाहिगुरु जी की फतेह। परम सन्मानयोग सतगुरु साहिब जी की साजी निवाजी गुरु खालसा साध संगत जीओ सर्वत बड़भागे हाँ जितने भी महापुरखों के तप स्थान ते 29वीं प्रेमावली याद रूप दे अंदर जिथे साहिब जी की पावन बाणी के अखंड प्रवाह आनंद मान रहे हो उथे गुरु नानक साहिब जी की दरबार की महिमा गुर सिख बाणी पढ़न दो वक्ते गुरबाणी का पठन पाठन जिस परोपकार की लड़ी विचों अमृत वेले इस अस्थान ते सत्कारयोग संत ज्ञानी करम सिंह जी महापुरखों वालों जो दास दे विद्या पढ़न वेले दे कुलीग रहे हैं उन्होंने पासों विद्यार्थी सिंघां ने विद्या की सांझ पाई। तप स्थान श्रीमान संत बाबा वरियाम सिंह जी महापुरखों की सुगंधी जो वर्तमान महापुरख श्रीमान संत बाबा आत्मा सिंह जी उन्होंने सहयोगी गुरमुख प्यारे आप रब वर्गियां संगतां गुरु साहिब जी के परोपकारां की लड़ी जिथे शब्द सिद्धांत है उथे नाल नाल शब्द सिद्धांत की पेशकारी लई शख्सियत का निर्माण है। तो शख्सियत की निर्माणता एक नैतिक रूप में किस तरह की होवे तो 10 गुरु साहिबान जी का जीवन विधान है
ਜਿਸ ਨੂੰ ਗੁਰ ਇਤਿਹਾਸ ਕਿਹਾ ਜਾਂਦਾ ਹੈ। ਗੁਰ ਇਤਿਹਾਸ ਬਹੁਤ ਸਾਰੇ ਗੁਰਮੁਖ ਪਿਆਰਿਆਂ ਲਿਖੇ ਨੇ, ਪਰ ਜਿਸ ਤਰ੍ਹਾਂ ਨਾਲ ਪ੍ਰੇਮ ਸਰੂਪ ਹੋ ਕੇ ਵਿਦਿਆ ਦਾ ਹਰ ਪਹਿਲੂ, ਚਾਹੇ ਉਹ ਕਿਸੇ ਵੀ ਦਾਨਸ਼ਵੰਦਤਾ ਦੇ ਰੂਪ ਰਾਹੀਂ ਸਾਮੀ ਕੰਟੈਸਟ ਦਾ ਹੋਏ, ਯੂਰਪੀਨ ਕੰਟੈਸਟ ਦਾ ਹੋਏ, ਮਹਾਕਵੀ ਸੰਤੋਖ ਸਿੰਘ ਜੀ ਦੇ ਵੇਲੇ ਜਿੰਨੀ ਪ੍ਰਕਾਰ ਦੀ ਵਿਦਿਆ ਪੜ੍ਹਾਈ ਜਾਂਦੀ ਸੀ, ਮਹਾਕਵੀ ਸੰਤੋਖ ਸਿੰਘ ਜੀ ਉਸ ਸਭ ਦੇ ਬੜੇ ਮਾਹਰ ਅਤੇ ਜ਼ਿੰਦਗੀ ਅੰਦਰ ਹਰ ਇੱਕ ਪੱਖ ਤੋਂ ਵਿਦਿਆ ਨੂੰ ਗ੍ਰਹਿਣ ਕਰਨ ਵਾਸਤੇ ਦਿਨ ਰਾਤ ਮਿਹਨਤ ਕਰਦਿਆਂ ਆਪਣੇ ਉਸਤਾਦ ਸ਼੍ਰੀਮਾਨ ਸੰਤ ਸਿੰਘ ਜੀ ਦੀ ਸੰਗਤ ਤੋਂ ਸ਼ੁਰੂ ਕਰਦਿਆਂ ਜਿੱਥੇ ਜਾ ਕੇ ਇਸ ਇਤਿਹਾਸ ਨੂੰ ਜੋ ਗੁਰਪ੍ਰਤਾਪ ਸੂਰਜ ਆਖਿਆ ਜਾਂਦਾ ਹੈ, ਕਵੀ ਜੀ ਨੇ ਇਹਦੇ ਸਾਰੇ ਅਲੰਕਾਰਾਂ ਨੂੰ ਵੀ ਵਿਸ਼ੇਸ਼ਤଃ ਇਸ ਗ੍ਰੰਥ ਦੇ ਅੰਦਰ ਹੀ ਗੁੰਥਨ ਕੀਤਾ ਹੈ। ਔਰ ਇਸ ਗ੍ਰੰਥ ਨੂੰ ਪੜ੍ਹਨ ਲਈ ਜਿੱਥੇ ਟਕਸਾਲ ਅੰਦਰ ਮਹਾਨ ਪਰਉਪਕਾਰੀ ਰੂਹ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ, ਜਿਨ੍ਹਾਂ ਨੂੰ ਚਲਦੀ ਫਿਰਦੀ ਯੂਨੀਵਰਸਿਟੀ ਆਖਿਆ ਜਾਂਦਾ ਸੀ, ਸਭ ਤੋਂ ਪਹਿਲੇ ਵਿਦਿਆਰਥੀ ਸਿੰਘਾਂ ਨੂੰ ਨਿਤਨੇਮ ਦੀ ਸੰਥਿਆ ਕਰਵਾਉਣੀ ਤਾਂ ਕਿ ਗੁਰਸਿੱਖ ਦੀ ਨਿਤ ਕਰਨੀ ਜਿਹੜੀ ਹੈ ਇੱਕ ਕਥਾਵਾਚਕ ਜਾਂ ਗੁਰਬਾਣੀ ਦਾ ਪਾਠ, ਕੀਰਤਨ, ਪ੍ਰਚਾਰ ਕਰਨ ਵਾਲੇ ਵਾਸਤੇ ਬਹੁਤ ਜ਼ਰੂਰੀ ਹੈ। ਇਹਦੇ ਨਾਲ ਨਾਲ ਕਿਉਂਕਿ ਗੁਰਬਾਣੀ ਦੀ ਕਥਾ ਕਰਨ ਵਾਲਾ ਗੁਰਮੁਖ ਪਿਆਰਾ, ਕੀਰਤਨ ਕਰਨ ਵਾਲਾ ਜਾਂ ਪਾਠ ਕਰਨ ਵਾਲਾ ਗੁਰਮੁਖ ਗੁਰਸਿੱਖ ਸੰਗਤਾਂ ਦੇ ਘਰਾਂ ਵਿੱਚ ਜਾਂਦਾ ਹੈ, ਉਹ ਅੰਮ੍ਰਿਤ ਵੇਲੇ ਉੱਠਦਾ, ਬਾਣੀ ਪੜ੍ਹਦਾ, ਤਾਂ ਇਹਦੀ ਜਿਹੜੀਆਂ ਵਾਈਵਸ ਹਨ ਉਹਨਾਂ ਦਾ ਘਰ ਪਰਿਵਾਰ ਉੱਪਰ ਇੱਕ ਵਿਸ਼ੇਸ਼ ਅਸਰ ਹੁੰਦਾ ਹੈ, ਉਹਦਾ ਇੱਕ ਵਿਸ਼ੇਸ਼ ਸਕੂਨ ਹੁੰਦਾ ਹੈ। ਉਸ ਤੋਂ ਬਾਅਦ ਪੰਜ ਗ੍ਰੰਥੀ ਸਾਹਿਬ ਦੀ, ਫਿਰ 22 ਵਾਰਾਂ, ਭਗਤਾਂ ਬਾਣੀ, 10 ਗ੍ਰੰਥੀ, ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਕਰਵਾਈ ਜਾਂਦੀ, ਫਿਰ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਸੰਥਿਆ ਕਰਵਾਈ ਜਾਂਦੀ, ਉਪਰੰਤ ਛੋਟੇ ਗ੍ਰੰਥ ਪੜ੍ਹਾਏ ਜਾਂਦੇ ਜਿਹੜੇ ਵੀ 4 ਚੰਦਰ ਉਹਦੇ ਤੱਕ ਜਾਂਦੇ ਸਨ। ਉਸ ਤੋਂ ਬਾਅਦ ਗੁਰਪ੍ਰਤਾਪ ਸੂਰਜ ਪੜ੍ਹਾਇਆ ਜਾਂਦਾ, ਫਿਰ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਕਥਾ ਪੜ੍ਹਾਈ ਜਾਂਦੀ। ਔਰ ਸਭ ਤੋਂ ਕਠਿਨ ਜਿਹੜਾ ਸੰਸਕਰਣ ਉਹ ਚਰਿਤਰੋਪਖਿਆਨ ਦਾ ਹੁੰਦਾ ਸੀ। ਔਰ ਚਰਿੱਤਰ ਦਾ ਅਰਥ ਕਰੈਕਟਰ ਹੁੰਦਾ ਹੈ, ਤਾਂ ਕਰੈਕਟਰ ਦੀ ਨਿਰਮਾਣਤਾ ਹਮੇਸ਼ਾ ਲਈ ਉਹਦੇ ਆਉਣ ਵਾਲੇ ਹਰ ਵਿਘਨ, ਰੁਕਾਵਟ, ਦੁਖਾਂਤ ਉਹਨਾਂ ਦੇ ਉੱਪਰ ਧਿਆਨ ਦਿਵਾਉਣ ਦਾ ਨਾਮ ਹੁੰਦਾ ਹੈ। ਇਸੇ ਲਈ ਬਹੁਤ ਸਾਰੇ ਸਾਡੇ ਬੌਧਿਕ ਪੱਧਰ 'ਤੇ ਜੀਵਨ ਜੀਣ ਵਾਲਿਆਂ ਵਾਸਤੇ ਇਹ ਸਵਾਲ ਬਣਿਆ ਰਿਹਾ, ਕਿਉਂਕਿ ਬੌਧਿਕਤਾ ਮੇਰੀ ਆਪਣੀ ਰਹੇਗੀ, ਪਰ ਇਹਦੇ ਅੰਦਰ ਚਿੰਤਨ ਕਿਸੇ ਮੇਰੇ ਸੀਨੀਅਰ ਮੋਸਟ ਦਾ ਰਹੇਗਾ ਜਿਹੜਾ ਮੇਰਾ ਰੋਲ ਮਾਡਲ ਹੋਏਗਾ। ਤਾਂ ਉਹ ਰੋਲ ਮਾਡਲ ਜਿਹੜੇ ਹਨ ਗੁਰੂ ਸਾਹਿਬਾਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਤੱਕ ਇੱਕ ਇਤਿਹਾਸ ਦਾ ਰੂਪ ਬਣਦੇ ਹਨ। ਇਸੇ ਲਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ 7 ਕਰਤਾਰ ਦੇ ਬੋਲੇ ਨਾਲ ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨਾ ਕੰਸਰਨ ਦਿੱਤਾ। ਨਾਮ ਜਪਣ ਦੇ ਲਈ ਕਿੰਨੀ ਵੀ ਮੁਸੀਬਤ ਕਿਉਂ ਨਾ ਆ ਜਾਏ, ਰੇਤ ਅਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਬਛਾਈ, ਭਾਰੀ ਕਰੀ ਤਪੱਸਿਆ ਵੱਡਾ ਭਾਗ ਹਰਸ਼ੋਂ ਬਨ ਆਈ। ਤਾਂ ਇਹ ਨਾਮ ਜਪਣ ਦੇ ਸੰਸਕਰਨ ਵਿੱਚ ਰੁਕਾਵਟ ਨਾ ਆਏ ਤਾਂ ਸਿੱਖ ਦੇ ਜੀਵਨ ਵਿੱਚ ਹੁਕਮ ਮੰਨਣਾ ਬਹੁਤ ਜ਼ਰੂਰੀ ਹੈ। ਗੁਰ ਕਹਿਆ ਸਾਕਾਰ ਕਮਾਵੋ। ਤਾਂ ਹੁਕਮ ਮੰਨਣ ਵਾਲਾ, ਨਾਮ ਜਪਣ ਵਾਲਾ ਸੇਵਾ ਵਿੱਚ ਸਮਰਪਿਤ ਹੋ ਜਾਏ ਤਾਂ ਉਹਦੇ ਗਿਆਨ ਇੰਦਰੀ, ਕਰਮ ਇੰਦਰੀ, ਜੀਵਨ ਦੀ ਲਾਈਬਲ ਸੈਂਸ ਬਣ ਜਾਂਦੇ ਨੇ। ਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ
ਸੇਵਾ ਦੇ ਪੁੰਜ ਹੋ ਕੇ ਜੀਵਨ ਦੀ ਪ੍ਰਵਿਰਤੀ 'ਚ ਕਿ ਮਨ ਅੰਦਰ ਵਿਸ਼ਵਾਸ ਹੋਣਾ ਚਾਹੀਦਾ, ਪੇਸ਼ੈਂਸ ਹੋਣਾ ਚਾਹੀਦਾ, ਡੈਡੀਕੇਸ਼ਨ ਹੋਣੀ ਚਾਹੀਦੀ ਹੈ, ਫਿਰ ਕੋਈ ਵੀ ਵੱਧਦੇ ਕਦਮਾਂ ਨੂੰ ਰੋਕ ਨਹੀਂ ਸਕਦਾ। ਈਵਨ ਉਮਰ ਵੀ ਵਿਚਾਲੇ ਨਹੀਂ ਆ ਸਕਦੀ। 72 ਵਰ੍ਹੇ ਦੀ ਉਮਰ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸੇਵਾ ਦੀ ਸ਼ੁਰੂਆਤ ਕਰਦੇ ਨੇ। 12 ਸਾਲ ਲਗਾਤਾਰ ਸੇਵ ਕਮਾਉਂਦੇ ਹਨ। ਤਾਂ ਇਉਂ ਸੇਵਾ ਕਮਾਉਣ ਵਾਲਾ, ਹੁਕਮ ਮੰਨਣ ਵਾਲਾ, ਨਾਮ ਸਿਮਰਨ ਵਾਲਾ ਨੰਬਰਵਾਨ ਹੋ ਜਾਂਦਾ ਹੈ। ਤਾਂ ਨਿਮਰਤਾ ਦੇ ਪੁੰਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਜਿਹੜੇ ਗੁਰਮੁਖ ਪਿਆਰਿਆਂ ਪੜ੍ਹਿਆ ਹੈ, ਜਿੰਨੇ ਕੁ ਆਪ ਰੱਬ ਵਰਗੀਆਂ ਸੰਗਤਾਂ ਜੁੜ ਬੈਠੇ ਹੋ, ਸੁਣਦੇ ਰਹਿੰਦੇ ਹੋ, ਤਾਂ ਜਿਸ ਦੇ ਜੀਵਨ ਵਿੱਚ ਨਿਮਰਤਾ ਹੋਵੇ, ਸੇਵਾ ਦੀ ਸ਼ੁੱਧ ਭਾਵਨਾ ਹੋਵੇ, ਹੁਕਮ ਮੰਨਣ ਦੀ ਭਾਵਨਾ ਰਾਹੀਂ ਨਾਮ ਜਪਣ ਵਾਲਾ ਹੋਵੇ, ਉਹਦੇ ਬੋਲ ਅੰਦਰ ਤਾਕਤ ਆ ਜਾਂਦੀ ਹੈ। ਤਾਂ ਦੋਹੇ ਤਾਂ ਬਾਣੀ ਕਾ ਬੋਹੇ ਥਾ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਹੈ। ਇਉਂ ਕੁਦਰਤ ਤੱਕ ਜਾਂਦਿਆਂ ਜ਼ੁਲਮ ਅਤੇ ਜ਼ਾਲਮ ਦੋ ਐਸੇ ਅਸਰ ਹਨ ਜਿਹੜੇ ਬੁਰਾਈਆਂ ਨੂੰ ਸਭ ਤੋਂ ਜ਼ਿਆਦਾ ਸਹਾਰਾ ਦਿੰਦੇ ਨੇ। ਜ਼ੁਲਮ ਨੂੰ ਖਤਮ ਕਰਨ ਵਾਸਤੇ ਤਲਵਾਰ ਦੀ ਜ਼ਰੂਰਤ ਹੈ, ਜ਼ਾਲਮ ਨੂੰ ਖਤਮ ਕਰਨ ਵਾਸਤੇ ਕਲਮ ਦੀ ਜ਼ਰੂਰਤ ਹੈ। ਤਾਂ ਤਲਵਾਰ ਅਤੇ ਕਲਮ ਦਾ ਸਮਨਵੇ ਮੀਰੀ ਅਤੇ ਪੀਰੀ ਦੇ ਰੂਪ ਰਾਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਤੱਕ ਆ ਕੇ ਕਲਮ ਦੇ ਲਈ ਕਲਮ ਦੇ ਧਨੀ ਨਿਰਮਲ ਸੰਪਰਦਾਇ ਇੰਸਟੀਟਿਊਸ਼ਨ ਗੁਰੂ ਸਾਹਿਬ ਜੀ ਤਿਆਰ ਕਰਦੇ ਨੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿੱਥੇ ਇੱਕ ਸ਼ਖਸੀਅਤ ਦਾ ਨਿਰਮਾਣ, ਜਿਹੜਾ ਨਾਮ ਜਪਣਾ, ਹੁਕਮ ਮੰਨਣਾ, ਸੇਵਾ ਕਰਨਾ, ਨਿਮਰਤਾ ਧਾਰਨ ਕਰਨਾ, ਬੋਲ ਵਿੱਚ ਵਜਨ ਹੋਣਾ, ਬਚਨ ਦੇ ਬਲੀ ਹੋਣਾ, ਕੁਦਰਤ ਨਾਲ ਪਿਆਰ ਕਰਨਾ, ਵੱਡਿਆਂ ਵੱਲੋਂ ਲੱਗੀ ਹੋਈ ਸੇਵਾ ਨੂੰ ਨਿਭਾਉਣ ਲਈ ਯਤਨਸ਼ੀਲ ਰਹਿਣਾ, ਤਾਂ ਉਦਾਸੀ ਸੰਪਰਦਾਇ ਨਾਲੋਂ ਨਾਲ ਰਾਹ ਮਟੀਰੀਅਲ ਤਿਆਰ ਕਰਨ ਲਈ ਸੰਸਥਾਗਤ ਸ਼ੁਰੂ ਹੁੰਦੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕਾਲ ਤੱਕ ਇਹ 4 ਸੰਸਥਾਵਾਂ ਬਣ ਜਾਂਦੀਆਂ ਨੇ। ਉਦਾਸੀ ਸੰਪਰਦਾਇ, ਨਿਰਮਲ ਸੰਪਰਦਾਇ, ਸੇਵਾ ਪੰਥੀ ਸੰਪਰਦਾਇ, ਦਲ ਪੰਥ, ਨਿਹੰਗ ਸਿੰਘਾਂ, ਟਕਸਾਲ, ਇਹਨਾਂ ਸਾਰਿਆਂ ਦੇ ਅੰਦਰ ਸੰਚਾਰਿਤ ਵਿਵਸਥਾ ਦਾ ਨਾਮ ਹੁੰਦਾ ਸੀ। ਸਮੇਂ ਸਮੇਂ ਨਾਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੂਪਾਂ ਦਾ ਲਿਖਣਾ, ਗੁਰਬਾਣੀ ਦੇ ਗੁਟਕੇ ਸਾਹਿਬ ਲਿਖਣੇ, ਗੁਰਮੁਖਾਂ ਅੰਦਰ ਬਾਣੀ ਕੰਠ, ਪੈਸਾ ਕੰਠ ਉਸ ਵੇਲੇ ਦਾ ਪ੍ਰਮੁੱਖ ਬੋਲਾ ਹੁੰਦਾ ਸੀ। ਬਚਪਨ ਦੇ ਅੰਦਰ ਹੀ ਬੱਚਿਆਂ ਨੂੰ 5 ਬਾਣੀਆਂ, ਸੁਖਮਨੀ ਸਾਹਿਬ, ਆਸਾ ਜੀ ਦੀ ਵਾਰ ਦਾ ਜਾਪ ਕੰਠ ਕਰਵਾਉਣਾ। ਔਰ ਇਸ ਅਸਥਾਨ ਦੀ ਖਾਸੀਅਤ ਰਹੀ ਹੈ ਕਿ ਸ਼੍ਰੀਮਾਨ ਸੰਤ ਬਾਬਾ ਬਰਿਆਮ ਸਿੰਘ ਜੀ ਮਹਾਂਪੁਰਖ ਵਿਦਿਆਰਥੀਆਂ ਨੂੰ ਬਾਣੀ ਕੰਠ ਕਰਾਉਣ ਵਾਸਤੇ, ਔਰ ਉਹ ਚਲਦੀ ਹੋਈ ਪੀੜ੍ਹੀ ਅੱਜ ਵੀ ਇੱਕ ਇਤਿਹਾਸ ਦੀ ਕੜੀ ਦੀ ਸੰਪੂਰਨਤਾ ਦੇ ਰੂਪ ਵਿੱਚ ਸਾਨੂੰ ਤੁਹਾਨੂੰ ਇਸ ਭਾਗ ਸਮਾਂ ਬਖਸ਼ ਰਹੀ ਹੈ। ਤਾਂ ਇਹ ਗੁਰੂ ਸਾਹਿਬ ਜੀ ਦੀ ਸ਼੍ਰੀਮਾਨ ਸੰਤ ਬਾਬਾ ਵਰਿਆਮ ਸਿੰਘ ਜੀ ਦੀ 29ਵੀਂ ਯਾਦ ਅੰਦਰ ਉਹੀ ਅਨੁਭਵ ਕਰਵਾ ਰਹੀ ਹੈ। ਤਾਂ ਇਹ ਜਿਹੜਾ ਬਾਣੀ ਦਾ ਪੜ੍ਹਨਾ ਹੈ, ਗੁਰਬਾਣੀ ਦਾ ਕੰਠ ਕਰਨਾ ਹੈ, ਭਲੇ ਅੱਜ ਸਾਡੇ ਅੰਦਰੋਂ ਅਲੋਪ ਹੁੰਦਾ ਜਾ ਰਿਹਾ ਹੈ। ਉਹਦਾ ਕਾਰਨ ਕੀ ਹੈ? ਅਸੀਂ ਸੋਚਦੇ ਹਾਂ ਕਿ ਹੁਣ ਗ੍ਰੰਥਾਂ ਵਿੱਚ ਬਹੁਤ ਕੁਝ ਲਿਖਿਆ ਹੋਇਆ। ਅਗਰ ਅਸੀਂ ਮਹਾਕਵੀ ਸੰਤੋਖ ਸਿੰਘ ਜੀ ਦੇ ਅਲੰਕਾਰਕ ਪ੍ਰਵਿਰਤੀ ਨੂੰ ਵੇਖਣਾ ਹੋਵੇ, ਗਰਭਗੰਜਨੀ ਟੀਕਾ ਹੈ, ਬਹੁਤ ਸਾਰੇ ਹੋਰ ਗ੍ਰੰਥ ਹਨ, ਉਹਨਾਂ ਦੇ ਅਰਥ ਕੀਤੇ ਹੋਏ ਲਾਇਬ੍ਰੇਰੀਜ਼ ਬਹੁਤ ਸਾਰੀਆਂ ਕਿਤਾਬਾਂ ਹਨ, ਪਰ ਫਿਰ ਵੀ ਉਸਤਾਦ ਮੁਖ ਦੁਆਰਾ ਸਾਨੂੰ ਸੁਣਨਾ ਪੈਂਦਾ ਹੈ, ਕਿਉਂਕਿ ਟੋਨ ਦਾ ਜਿਹੜਾ ਅਸਰ ਹੈ, ਜਿਹੜੇ ਅਲਫਾਬੈਟਿਕ ਨੌਲੇਜ ਦੇ ਨਾਲ ਨਾਲ ਗ੍ਰਾਮੋਫੋਨਸ ਹਨ, ਇਹਨਾਂ ਦਾ ਇੱਕ ਆਪਣਾ ਸਕੂਨ ਹੁੰਦਾ ਹੈ, ਲੈ ਹੁੰਦੀ ਹੈ, ਕਲਾਕਾਰੀ ਹੁੰਦੀ ਹੈ, ਪੇਸ਼ਕਾਰੀ ਹੁੰਦੀ ਹੈ। ਤਾਂ ਇਹ ਚੀਜ਼ਾਂ ਸਾਨੂੰ ਟੀਚਰਸ ਕੋਲੋਂ ਹੀ ਮਿਲ ਸਕਦੀਆਂ ਹਨ। ਇੱਕ ਟੀਚਰ ਹੀ ਐਸਾ ਹੁੰਦਾ ਹੈ ਜਿਹੜਾ ਆਪ ਸੜਦਾ ਹੈ, ਦੂਜੀਆਂ ਸ਼ਮਾਂ ਨੂੰ ਰੌਸ਼ਨ ਕਰਦਾ ਹੈ ਕਿਰਿਆ ਦੀਵੇ ਦੀ ਹੀ, ਜਲਣਾ ਹੀ ਹੈ ਦੋਨੋਂ ਪਾਸੇ।
ਪਰ ਇੱਕ ਅੰਦਰ ਅਗਰਸਰ ਹੋਣ ਵਾਸਤੇ ਉਤਸ਼ਾਹ ਹੁੰਦਾ ਹੈ। ਵਿਦਿਆਰਥੀ ਜਦੋਂ ਉਹਦੀ ਸੰਥਾ, ਕਥਾ ਵਾਰਤਾ ਜਾਂ ਐਗਜ਼ਾਮ ਦਾ ਰਿਜ਼ਲਟ ਆਉਂਦਾ, ਕਿੰਨਾ ਚਾਅ ਹੁੰਦਾ। ਪਰ ਜਦੋਂ ਅਗਲੇ ਸਾਲ ਦੀ ਕਲਾਸ 'ਚ ਬੈਠਣਾ ਹੁੰਦਾ ਫਿਰ ਉਹੀ ਹਾਲ ਹੁੰਦਾ। ਤਾਂ ਜਿਹੜੇ ਉਸਤਾਦ ਲੋਕ ਹਨ, ਟੀਚਰ ਲੋਕ ਹਨ, ਉਹ ਹਮੇਸ਼ਾ ਲਈ ਇੱਕ ਗੱਲ ਦਾ ਧਿਆਨ ਰੱਖਣ ਦਾ ਯਤਨ ਕਰਦੇ ਹਨ ਕਿ ਮੇਰਾ ਸ਼ਾਗਿਰਦ ਮੇਰੇ ਨਾਲੋਂ 2 ਕਦਮ ਅੱਗੇ ਹੋਵੇ। ਸ਼ਾਇਦ ਕਈ ਵਾਰ ਇਹੀ ਯਤਨ ਉਹਨਾਂ ਦੇ ਲਈ ਮੁਸੀਬਤ ਵੀ ਬਣ ਜਾਂਦਾ ਹੈ। ਮੈਨੂੰ ਕਈ ਵਾਰ ਲੱਗਦਾ ਹੁੰਦਾ ਸ਼ਾਇਦ ਇਹੀ ਕਾਰਨ ਹੈ ਅੱਜ ਕਥਾ ਨੂੰ ਇੱਕ ਜਗ੍ਹਾ 'ਤੇ ਜੋੜ ਕੇ ਵੇਖਿਆ ਜਾਂਦਾ। ਇੱਕ ਵੀਰ ਮੈਨੂੰ ਕਹਿੰਦਾ ਜੇ ਅਸੀਂ 51,000 ਰੁਪਈਆ ਲੈਂਦੇ ਹਾਂ ਤਾਂ ਹੀ ਕਹਿੰਦਾ ਇਹਨਾਂ ਨੂੰ ਵਿਚਾਰੇ ਜਿਹੜੇ ਆਮ ਗੁਰਦੁਆਰਿਆਂ ਵਾਲੇ ਨੇ 500,000 ਰੁਪਈਆ ਮਿਲਦਾ। ਮੈਨੂੰ ਇੰਨੀ ਹੈਰਾਨੀ ਹੋਈ ਉਹਦੇ ਪਾਸ ਤੋਂ ਇਹ ਗੱਲ ਸੁਣ ਕੇ। ਮੈਂ ਕਿਹਾ ਭਰਾਵਾ, ਜਿਸ ਗੁਰੂ ਦੇ ਨਾਮ 'ਤੇ ਪੂਰੀ ਦੁਨੀਆ ਨੂੰ ਖਾਵੋ ਖਰਚੋ ਰਲ ਮਿਲ ਭਾਈ ਦੀ ਬਰਕਤ ਉਹ ਅਕਾਲ ਪੁਰਖ ਦੇਂਦਾ ਹੈ। ਅਗਰ ਅਸੀਂ ਇਸ ਤਰ੍ਹਾਂ ਸੋਚਣ ਲੱਗ ਗਏ ਹਾਂ ਤਾਂ ਸ਼ਾਇਦ ਇਹੀ ਕਾਰਨ ਹੈ। ਕਥਾ ਕਰੇ ਕਥਾਵਾਚਕ, ਕੀਰਤਨ ਕਰੇ ਕੀਰਤਨ ਵਾਲਾ, ਪਾਠ ਕਰੇ ਪਾਠੀ। ਸਾਨੂੰ ਕੀ ਲੋੜ ਭਾਈ? ਹਾਲਾਤ ਇਹ ਬਣ ਗਏ ਨੇ। ਕਿਸੇ ਵੇਲੇ ਅਖੰਡ ਪਾਠ ਸਾਹਿਬ 'ਚ ਖਰਚਾ ਵੱਧ ਹੁੰਦਾ, ਕਹਿੰਦੇ ਸਹਿਜ ਪਾਠ ਕਰਾ ਲਓ। ਅਤੇ ਅੱਜ ਕੱਲ੍ਹ ਕੀ ਹੁੰਦਾ, ਕਹਿੰਦੇ ਸੁਖਮਨੀ ਸਾਹਿਬ ਦਾ ਪਾਠ ਕਰਾ ਲਓ, 4 ਘੰਟੇ 'ਚ ਕੰਮ ਛੁੱਟ ਜਾਂਦਾ। ਤਾਂ ਇਹ ਜਿਹੜੀ ਖਹਿੜਾ ਛਡਾਉਣ ਦੀ ਪ੍ਰਵਿਰਤੀ ਹੈ, ਇਹਨੇ ਹਾਲਾਤ ਇਹ ਬਣਾ ਦਿੱਤੇ ਨੇ। ਜਿਵੇਂ ਜਿਵੇਂ ਅਸੀਂ ਕਦਮ ਪੁੱਟਦੇ ਹਾਂ, ਅਗਲਾ ਕਦਮ ਸਾਨੂੰ ਇਉਂ ਲੱਗਦਾ ਬੜਾ ਸੁੱਖ ਵਾਲਾ ਹੋਏਗਾ, ਪਰ ਹਾਲਾਤ ਇਹ ਹੁੰਦਾ ਕਿ ਜ਼ਿੰਦਗੀ 'ਚ ਟੈਨਸ਼ਨਾਂ ਵੱਧਦੀਆਂ ਜ਼ਿੰਦਗੀ 'ਚ ਲੱਗਦਾ ਹੀ ਨਹੀਂ ਕਿ ਕਿਧਰੇ ਅਸੀਂ ਟੈਨਸ਼ਨ ਫਰੀ ਵੀ ਹੋਵਾਂਗੇ। ਤਾਂ ਉਹ ਇੱਕ ਰੱਬੀ ਲੋਕ ਹੀ ਹੁੰਦੇ ਹਨ। ਮੈਂ ਇਹ ਬੇਨਤੀਆਂ ਤਾਂ ਕਰ ਰਿਹਾ ਹਾਂ ਕਿਉਂਕਿ ਇਤਿਹਾਸ ਸਾਡੇ ਲਈ ਇੰਟਰਸਟਡ ਚੇਨ ਹੁੰਦਾ। ਕਿਸੇ ਵੇਲੇ ਇਹ ਮੈਥਡੋਲੋਜੀ, ਮਿਥਿਹਾਸ ਜਿਹੜਾ ਮੋਰਲ ਦੇ ਉੱਪਰ ਕਿਸੇ ਨਾ ਕਿਸੇ ਸਟੋਰੀ ਦਾ ਰੂਪ ਬਣਦਾ ਸੀ। ਮਿੱਥ ਕੇ ਕਹੀ ਜਾਣ ਵਾਲੀ ਗੱਲ ਉਸ ਨੂੰ ਮਿਥਿਹਾਸ ਕਿਹਾ ਜਾਂਦਾ ਹੈ। ਸਰੀਰ ਦੁਆਰਾ ਹੋਏ ਵਾਕਿਆਤ ਨੂੰ ਇਤਿਹਾਸ ਕਿਹਾ ਜਾਂਦਾ ਹੈ। ਤਾਂ ਅਸੀਂ ਕਿਉਂਕਿ ਸਭ ਤੋਂ ਰੀਸੈਂਟਲੀ ਧਰਮ ਦੇ ਰੂਪ ਵਿੱਚ ਹਾਂ, ਔਰ ਸਾਡਾ ਧਰਮ ਲਗਭਗ 550 ਸਾਲ ਪਲੱਸ ਚੱਲ ਰਿਹਾ ਹੈ, ਤਾਂ ਸਭ ਤੋਂ ਨੇੜੇ ਦਾ। ਔਰ ਕੌਮਾਂ ਦੀ ਜਿਹੜੀ ਉਮਰ ਹੈ ਸਦੀਆਂ ਇੱਕ ਦਿਨ ਵਾਂਗ ਗਿਣੀਆਂ ਜਾਂਦੀਆਂ ਨੇ, ਤਾਂ ਅਸੀਂ ਹਜੇ 5.5 ਦਿਨ ਦੇ ਗਿਣੇ ਜਾ ਰਹੇ ਹਾਂ। ਇਸੇ ਲਈ ਸਭ ਤੋਂ ਜ਼ਿਆਦਾ ਹਰ ਚੀਜ਼ ਕਰਕੇ ਸਾਡੀ ਟੈਕਨੀਕ ਨੂੰ ਵਰਲਡ ਵਾਈਡ ਅਸੈਪਟ ਕੀਤਾ ਜਾਂਦਾ ਹੈ ਕਿ ਪ੍ਰੈਜ਼ੈਂਟ ਕੰਸਰਨਸ ਦੇ ਅਕੋਰਡਿੰਗ ਜੇ ਕੋਈ ਧਰਮ ਨੇੜੇ ਤੇੜੇ ਹੋ ਕੇ ਚੱਲਦਾ ਹੈ ਤਾਂ ਉਸ ਨੂੰ ਖਾਲਸਾ ਜੀ ਦਾ ਕਿਹਾ ਜਾਂਦਾ ਹੈ। ਇਸੇ ਲਈ ਖਾਲਸਾ ਜੀ ਦੇ ਕੰਸਰਨ ਇੰਨੇ ਮੋਡਰੇਟ ਹਨ, ਇੰਨੇ ਵਧੀਆ ਢੰਗ ਦੇ ਹਨ, ਇੰਨੇ ਵਾਈਫਾਈ ਹਨ ਕਿ ਅਸੀਂ ਜਿਸ ਨੂੰ ਬਾਪੂ ਨੇ ਆਖਿਆ ਹੱਸਣਦੇ ਹਾਂ, ਖੇਲਣਦੇ ਹਾਂ, ਪੈਨੰਦੇ ਹਾਂ, ਖਾਵੰਦੇ ਹਾਂ, ਵਿੱਚੇ ਹੋਵੇ ਮੁਕਤ। ਤਾਂ ਇਹ ਜਿਹੜੀ ਵਿਵਸਥਾ ਹੈ, ਇਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਦੇ ਅੰਦਰ ਸਰੂਪਵਾਨ ਕੀਤਾ। ਤੇ ਨਾਲ ਸਰਵੰਸ ਬਾਰਦਿਆਂ ਜਿਹੜਾ ਦੇਹ ਅਧਿਆਸ ਹੈ, ਇਸ ਨੂੰ ਦੇਹ ਅਭਿਆਸ ਵਿੱਚ ਬਦਲ ਦਿੱਤਾ ਹੈ ਕਿ ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕੋ ਪਾਲ। ਤੂੰ ਸਰੀਰ ਦੇ ਅਧਿਆਸ ਦਾ ਸ਼ਿਕਾਰ ਨਾ ਹੋ, ਸਗੋਂ ਤੂੰ ਸਰੀਰ ਦੇ ਅਭਿਆਸ ਰਾਹੀਂ ਉਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁਖ ਪੁੰਚ ਧਿਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚੰਦ। ਪਾਵ ਸੁਹਾਵੇ ਜਾਂ ਤਉ ਧਿਰ ਜੁਲਦੇ ਸੀਸ ਸੁਹਾਵਾ ਚਰਣੀ ਮੁਖ ਸੁਹਾਵਾ ਜਾਂ ਤਉ ਜਸ ਗਾਵੇ ਜੀਓ ਪਿਆ ਤਉ ਸਰਣੀ। ਤਾਂ ਇਸ ਕੰਸਰਨ ਨਾਲ ਸਭ ਤੋਂ ਵੱਡੀ ਗੱਲ ਗੁਰਸਿੱਖ ਆਪਣੇ ਜੀਵਨ ਨੂੰ 3 ਤਰ੍ਹਾਂ ਨਾਲ ਪੇਸ਼ ਕਰਦਾ ਹੈ। ਸਭ ਤੋਂ ਪਹਿਲੀ ਇਹਦੀ ਪੇਸ਼ਕਾਰੀ ਥਿਊਰੀ ਵਾਂਗ ਹੈ, ਕਿਉਂਕਿ ਸਿੱਖ ਕਦੇ ਵੀ ਆਪਣੇ ਆਪ ਨੂੰ ਸਰੀਰ ਤੱਕ ਸੀਮਤ ਨਹੀਂ ਜਾਣਦਾ। ਇਹ ਜਾਣਦਾ ਹੈ ਕਿ ਜਿੱਥੇ ਮੇਰਾ ਗੁਰੂ ਸ਼ਬਦ ਹੈ ਉੱਥੇ ਸੁਰਤ ਮੇਰੀ ਸਿੱਖ ਹੈ, ਕਿਉਂਕਿ ਸੁਰਤ ਦੇ ਨਾਲ ਸਿੱਖਿਆ ਹੋਇਆ ਹੀ ਸ਼ਬਦ ਗੁਰੂ ਦੀ ਧੁਨ ਨੂੰ ਮਹਿਸੂਸ ਕਰ ਸਕਦਾ ਹੈ। ਤਾਂ ਸ਼ਬਦ ਗੁਰੂ ਸੁਰਤ ਧੁਨ ਚੇਲਾ, ਇਹ ਥਿਊਰੀ ਰੂਮ ਹੈ।
ਫਿਰ ਇਸ ਨੂੰ ਲੈਬੋਰਟਰੀਕਲ ਰੂਪ ਰਾਹੀਂ ਮਹਿਸੂਸ ਕਰਨਾ ਤਾਂ ਸਤ ਸੰਗਤ ਮੇਰੀ ਲੈਬੋਰਟਰੀ ਹੈ, ਜਿੱਥੇ ਇੱਕ ਦੂ ਇੱਕ ਚੜ੍ਹੰਦੀ ਆ, ਕੌਣ ਜਾਣਾ ਮੇਰਾ ਨਾਉ ਜੀਓ। ਲੈਬੋਰਟਰੀ ਐਗਜ਼ਾਮਨ ਕਰਕੇ ਦੱਸਦੀ ਹੈ ਕਿ ਇਹਦੇ ਅੰਦਰ ਕਿੰਨਾ ਰੈਜ਼ੀਡਿਊ ਹੈ, ਕਿੰਨੀ ਪਿਓਰਿਟੀ ਹੈ। ਤਾਂ ਸੰਗਤ ਵਿੱਚ ਜਦੋਂ ਅਸੀਂ ਜੁੜ ਕੇ ਬੈਠਦੇ ਹਾਂ ਸਾਨੂੰ ਸਮਝ ਆਉਂਦੀ ਹੈ, ਉਹ ਗੁਰਮੁਖ ਪਿਆਰਾ ਨੇਤਰ ਬੰਦ ਕਰਕੇ ਬੈਠਾ ਹੈ, ਉਹ ਇੰਨੀ ਬਾਣੀ ਪੜ੍ਹਨ ਵਾਲਾ ਹੈ, ਉਹ ਪੰਥ ਅੰਦਰ ਇੰਨੀ ਸੇਵਾ ਨਿਭਾਉਣ ਵਾਲਾ ਹੈ। ਤਾਂ ਮੇਰਾ ਵੀ ਜ਼ਿੰਮੇਵਾਰੀ ਬਣਦੀ ਹੈ, ਮੇਰਾ ਵੀ ਇੱਕ ਅਹਿਦ ਬਣਦਾ ਹੈ ਕਿ ਮੈਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਵਾਂ। ਤਾਂ ਅੰਦਰ ਉਤਸ਼ਾਹ ਜਾਗਦਾ ਹੈ। ਤਾਂ ਉਤਸ਼ਾਹਜਨਕਤਾ ਜਿਹੜੀ ਹੈ ਇਸ ਨੂੰ ਟੈਕਨੋਕਸ ਕਿਹਾ ਜਾਂਦਾ ਹੈ। ਤਾਂ ਟੈਕਨੀਕਸ ਦੀ ਜਿੰਨੀ ਵੀ ਪੜ੍ਹਾਈ ਹੈ ਉਹ ਲੈਬੋਰਟਰੀ ਵਿੱਚ ਹੁੰਦੀ ਹੈ। ਤਾਂ ਤੀਸਰਾ ਗਰਾਊਂਡ ਹੁੰਦਾ ਹੈ ਜਿੱਥੇ ਇਹ ਐਪਲੀਕੇਸ਼ਨਸ ਜਾ ਕੇ ਯੂਟੀਲਾਈਜ਼ ਕੀਤੀਆਂ ਜਾਂਦੀਆਂ ਨੇ। ਤਾਂ ਅੱਜ ਕੁੱਲ ਕਾਇਨਾਤ ਅੰਦਰ ਜਿੱਥੇ ਤੱਕ ਮਨੁੱਖਤਾ ਵਸਦੀ ਹੈ, ਕਿਹਾ ਜਾਂਦਾ ਆਲੂ ਤੇ ਪੰਜਾਬੀ ਜਿੱਥੇ ਮਰਜ਼ੀ ਲੈ ਲਓ, ਆਲੂ ਹਰ ਚੀਜ਼ 'ਚ ਘੁਲ ਜਾਂਦਾ ਹੈ, ਪੰਜਾਬੀ ਹਰ ਥਾਂ ਵਿੱਚ ਜਾ ਕੇ ਮਿਲ ਜਾਂਦਾ ਹੈ। ਪਤਾ ਹੀ ਨਹੀਂ ਲੱਗਦਾ ਕਈ ਵਾਰ ਤੇ ਉਹਦੇ ਆਕਾਰ ਤੋਂ ਜਾਂ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਤੋਂ ਬਾਅਦ ਹੀ ਪਛਾਣ ਪੈਂਦੀ ਹੈ ਕਿ ਇਹ ਵੀ ਪੰਜਾਬੀ ਹੋਈ ਹੈ। ਤਾਂ ਜਿੱਥੇ ਇਹ ਇੱਕ ਸਾਡੀ ਜ਼ਿੰਦਗੀ ਦੇ ਹੁਨਰ ਹਨ, ਗੁਰੂ ਸਾਹਿਬਾਨ ਜੀ ਤੋਂ ਲੈ ਕੇ ਇਤਿਹਾਸ ਵਿੱਚੋਂ ਮਿਲੀ ਹੋਈ ਸਾਡੇ ਜੀਵਨ ਦੀ ਸਾਧਨਾ ਹੈ, ਉੱਥੇ ਨਾਲ ਨਾਲ ਲਿਵ ਧਾਤ ਦੋਇ ਰਾਹ ਹੈ। ਤਾਂ ਇਹ ਦੌੜ ਭੱਜ ਦੇ ਵਿੱਚੋਂ ਸਾਡਾ ਬੇਹੂਦਾ ਪ੍ਰਵਾਸ, ਆਪਣੇ ਪੰਜਾਬ ਪ੍ਰਤੀ ਘਟਦਾ ਪਿਆਰ, ਪੰਜਾਬ ਦੇ ਪਾਣੀਆਂ ਪ੍ਰਤੀ ਘਟਦੀ ਸਾਡੇ ਅੰਦਰ ਭਾਵੁਕਤਾ, ਔਰ ਪਾਣੀਆਂ ਦੀ ਬੇਹੂਦਾ ਦੁਰਉਪਯੋਗਤਾ, ਬੇਤਹਾਸ਼ਾ ਦਰਖਤਾਂ ਦਾ ਕੱਟਣਾ, ਬੜੇ ਕੁਝ ਐਸੀਆਂ ਦਰਪੇਸ਼ ਸਮੱਸਿਆਵਾਂ ਹਨ ਜਿਹੜੀਆਂ ਕਿਤੇ ਨਾ ਕਿਤੇ ਸਾਨੂੰ ਹੁਣ ਟੁੰਬਣ ਲੱਗੀਆਂ ਹਨ। ਹੌਲੀ ਹੌਲੀ ਕਿਤੇ ਨਾ ਕਿਤੇ ਸਾਨੂੰ ਸਮਝ ਆਉਂਦੀ ਹੈ ਕਿ ਪੰਜ ਆਬ ਨਾਮ ਪਾਣੀ ਦਾ ਹੁੰਦਾ, ਪੰਜ ਦਰਿਆਵਾਂ ਦੇ ਪਾਣੀ ਤੋਂ ਬਣਿਆ ਹੋਇਆ ਪੰਜਾਬ, ਮਹਾਂ ਪੰਜਾਬ ਤੋਂ ਘਟਦਾ ਘਟਦਾ ਅੱਜ ਅੰਮ੍ਰਿਤਸਰ ਤੋਂ ਲੈ ਕੇ ਰਾਜਪੁਰੇ ਤੱਕ ਦਾ ਪੰਜਾਬ ਅਗਰ ਜਿੰਦਾ ਜਾਗਦਾ ਰੱਖਣਾ ਹੈ ਤਾਂ ਮੈਂ ਪੰਜਾਬ ਹਾਂ, ਇਹ ਬੋਲਣਾ ਪੈਣਾ ਹੈ। ਤਾਂ ਜਦੋਂ ਮੈਂ ਪੰਜਾਬ ਹਾਂ ਇਹ ਬੋਲਾਂਗੇ, ਫਿਰ ਸਾਨੂੰ ਇਤਿਹਾਸ ਦੇ ਵਿੱਚੋਂ ਜਿਉਂਦੀ ਜਾਗਦੀ ਸਤਲੁਜ ਦੇ ਚਾਰ ਛਪੇਰੇ ਘੁੰਮਦੀ ਹੋਈ ਸ਼ਖਸੀਅਤ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ ਨਜ਼ਰ ਆਏਗਾ, ਪੰਥ ਖਾਲਸੇ ਦਾ ਰਣਜੀਤ ਨਗਾਰਾ ਨਜ਼ਰ ਆਏਗਾ। ਫਿਰ ਉਸ ਰਣਜੀਤ ਨਗਾਰੇ ਦੀਆਂ ਚੋਟਾਂ ਰਾਹੀਂ ਅਸੀਂ ਕਿਸ ਤਰ੍ਹਾਂ ਨਾਲ ਇਤਿਹਾਸ ਨੂੰ ਰਿਵਾਈਵ ਕਰ ਸਕਦੇ ਹਾਂ। ਤਾਂ ਇਹ ਜਿਹੜੀ ਅੱਜ ਦੀ ਸਾਡੀ ਯਾਦ ਹੈ, ਜਿਸ ਅੰਦਰ ਮਹਾਕਵੀ ਸੰਤੋਖ ਸਿੰਘ ਜੀ ਦੁਆਰਾ ਰਚੇ ਹੋਏ ਇਸ ਵਿਸ਼ਾਲ ਕਾਏ ਗ੍ਰੰਥ ਜਾਂ ਗ੍ਰੰਥਾਵਲੀ ਜੋ 14 ਜਿਲਦਾਂ ਦੇ ਅੰਦਰ ਸਰੂਪਵਾਨ ਹੈ, ਜਿਹਦੇ ਲਈ ਮਹਾਨ ਪਰਉਪਕਾਰੀ ਰੂਹ ਬਹੁਤ ਵਾਰ ਵੈਦ ਜੀ ਬਚਨ ਕਰਦਿਆਂ ਹੁੰਦਿਆਂ ਦੱਸਦੇ ਹੁੰਦੇ ਸਨ ਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਮਹਾਂਪੁਰਖ ਦੱਸਦੇ ਹੁੰਦੇ ਸਨ ਕਿ ਸਤਿਕਾਰਯੋਗ ਕਵੀ ਸੰਤੋਖ ਸਿੰਘ ਜੀ ਜਿਨ੍ਹਾਂ ਨੂੰ ਚੂੜਾਮਣ ਦਾ ਖਿਤਾਬ ਮਿਲਿਆ ਹੋਇਆ ਸੀ, ਕਿਉਂਕਿ ਸ਼ਬਦਾ ਅਲੰਕਾਰ ਵਿਧਾਵਾਂ ਛੰਦਾਵਲੀ ਬੜੀ ਹੀ ਉਹਨਾਂ ਦੀ ਪ੍ਰੌੜ ਹੈ, ਪੜ੍ਹਦਿਆਂ ਹੀ ਇੱਕ ਐਸਾ ਰਸ ਆਉਂਦਾ ਹੈ ਜਿਹਦਾ ਇੱਕ ਆਪਣਾ ਹੀ ਸਕੂਨ ਹੈ। ਮੈਨੂੰ ਗੱਲ ਯਾਦ ਆ ਗਈ ਕਿਉਂਕਿ ਦਾਸ ਵੀ ਸਤਿਕਾਰਯੋਗ ਗਿਆਨੀ ਕਰਮ ਸਿੰਘ ਜੀ ਵੀ ਬੋਪਾ ਰਾਵਾਂ ਅਸੀਂ ਲੰਬਾ ਸਮਾਂ ਪੜ੍ਹੇ ਹਾਂ। ਮੈਨੂੰ ਗੁਰਪ੍ਰਤਾਪ ਸੂਰਜ ਗ੍ਰੰਥ ਸਤਿਕਾਰਯੋਗ ਸੰਤ ਗਿਆਨੀ ਭੁਪਿੰਦਰ ਸਿੰਘ ਜੀ ਜੋ ਬੋਪਾ ਰਾਵਾਂ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਨ, ਉਹਨਾਂ ਕੋਲ ਪੜ੍ਹਨ ਦਾ ਮੌਕਾ ਮਿਲਿਆ। ਉਹਨਾਂ ਨੇ ਉਸ ਤੋਂ ਪਹਿਲਾਂ ਮੁੱਲਾਂਪੁਰ ਲਗਾਤਾਰ ਉੱਥੇ ਗੁਰਦੁਆਰਾ ਸਾਹਿਬ ਸਿੰਘ ਸਭਾ ਕਥਾ ਕੀਤੀ ਹੈ। ਉਹਨਾਂ ਕੋਲ ਇੱਕ ਸ਼ਾਹੂਕਾਰ ਆਇਆ ਜੋ ਮੁੱਲਾਂਪੁਰ ਦੇ ਰਹਿਣ ਵਾਲਾ ਸੀ। ਉਹ ਕੁਦਰਤੀ ਇੱਦਾਂ ਹੀ ਜਿਵੇਂ ਬਚਨ ਚੱਲਦੇ ਨੇ ਚੱਲ ਪਏ ਅਤੇ ਉਹ ਦੱਸਣ ਲੱਗਾ ਕਿ ਮੈਂ ਰੋਜ਼ ਨਾਨਕ ਪ੍ਰਕਾਸ਼ ਦਾ ਇੱਕ ਪੱਤਰਾ ਜ਼ਰੂਰ ਪੜ੍ਹਦਾ, ਭਲੇ ਮੈਨੂੰ ਅਰਥ ਨਹੀਂ ਆਉਂਦੇ, ਪਰ ਜਦੋਂ ਮੈਂ ਪੜ੍ਹ ਕੇ ਅਰਦਾਸ ਕਰਦਾ ਹਾਂ ਗੁਰੂ ਨਾਨਕ ਸਾਹਿਬ ਮੇਰੇ ਕਾਰਜ ਰਾਸ ਕਰ ਦਿੰਦੇ ਹਨ। ਇਤਨੀ ਸ਼ਰਧਾ ਮਤਲਬ ਜਦੋਂ ਅਸੀਂ ਮਹਾਕਵੀ ਸੰਤੋਖ ਸਿੰਘ ਜੀ ਦੀ ਇਸ ਗ੍ਰੰਥਾਵਲੀ ਨੂੰ ਪੜ੍ਹਦੇ ਹਾਂ ਮਹਿਸੂਸ ਹੁੰਦੀ ਹੈ।
ਤੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਬਚਨ ਕਰਦੇ ਹੁੰਦੇ ਸਨ ਕਿ ਮਹਾਕਵੀ ਸੰਤੋਖ ਸਿੰਘ ਜੀ ਨੇ 1.25 ਲੱਖ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਕਿ ਹੇ ਮੇਰੇ ਗੁਰੂ ਨਾਨਕ ਸਾਹਿਬ, ਹੇ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ, ਐਸੀ ਮਿਹਰ ਕਰਕੇ ਇਸ ਕਲਮ ਨੂੰ ਵਗਣ ਵਾਸਤੇ ਸੁਰਸਤੀ ਦਾ ਪ੍ਰਵਾਹ ਦੇਈ ਕਿ ਮੇਰੀ ਰਸਨਾ ਤੋਂ ਤੇਰੀ ਮਿਹਰਬਾਨੀ ਇਉਂ ਫੁਰਦੀ ਜਾਏ ਜਿਸ ਤਰ੍ਹਾਂ ਨਾਲ ਹਵਾ ਰੁਮਕਦੀ ਜਾਂਦੀ ਹੈ। ਕੈਥਲ ਦੇ ਅੰਦਰ ਮਹਾਕਵੀ ਸੰਤੋਖ ਸਿੰਘ ਜੀ ਜਦੋਂ ਇਤਿਹਾਸ ਲਿਖਾਉਂਦੇ ਹੁੰਦੇ ਸਨ, ਇੱਕ ਹੱਥ ਵਿੱਚ ਇੱਕ ਛੋਟਾ ਫੱਟਾ ਲੈ ਕੇ ਤੇ ਬਾਰ-ਬਾਰ ਨਾਲ ਤਾੜੀ ਜਿਹੜੀ ਹੈ ਉਹਨੂੰ ਚਲਾਉਂਦੇ ਜਾਣਾ ਤੇ ਨਾਲ ਨਾਲ ਬੋਲਦੇ ਜਾਣਾ। ਤਾਂ ਉਹ ਛੰਦਾਂ ਨੂੰ ਇੱਕ ਕਾਵਿਕ ਰੂਪ ਦੇ ਵਿੱਚ ਬੋਲਦਿਆਂ, ਸੰਗੀਤ ਲੈਅ ਵਿੱਚ ਬੋਲਦਿਆਂ, ਤੁਰਦੇ ਆਸੇ-ਪਾਸੇ ਚੱਲਦੇ ਜਾਣਾ। ਕਿੰਨੇ ਸਾਰੇ ਲਿਖਾਰੀ ਲੱਗੇ ਹੁੰਦੇ ਸਨ, ਸਾਰੇ ਲਿਖਦੇ ਜਾਂਦੇ ਸਨ। ਉਸ ਤੋਂ ਬਾਅਦ ਫਿਰ ਉਹਦਾ ਖਰੜਾ ਤਿਆਰ ਕੀਤਾ ਜਾਂਦਾ ਸੀ। ਤਾਂ ਇੰਨੇ ਪ੍ਰਵਾਹ ਰੂਪ ਦੇ ਵਿੱਚ, ਇੱਕ ਵੇਗ ਰੂਪ ਵਿੱਚ ਲਿਖੇ ਹੋਏ ਇਸ ਗ੍ਰੰਥ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਇੱਕ ਸਕੂਨ ਮਿਲਦਾ। ਛੰਦਾਂ ਦੀ ਚਾਲ ਨੂੰ, ਚਾਹੇ ਉਹ ਕਬਿਤ ਹਨ, ਸਵਈਏ ਹਨ, ਨਰਾਜ ਛੰਦ ਹੈ, ਦੀਰਘ ਤ੍ਰਿਭੰਗੀ ਛੰਦ ਨੇ, ਬਹੁਤ ਸਾਰੇ ਜਿਹੜੇ ਛੰਦ ਹਨ। ਲਗਭਗ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪਰਉਪਕਾਰਤਾ ਦੇ ਨੇੜੇ ਤੇੜੇ ਰਹਿ ਕੇ ਕਵੀ ਜੀ ਨੇ 10 ਗੁਰੂ ਸਾਹਿਬਾਨ ਜੀ ਦਾ ਇਤਿਹਾਸ ਲਿਖਿਆ ਹੈ। ਜਦੋਂ ਇਤਿਹਾਸ ਦਾ ਆਕਾਰ ਸੰਪੂਰਨ ਹੁੰਦਾ ਹੈ ਤਾਂ ਕਰੀਬਨ ਜਦੋਂ ਕੋਈ ਅਧਿਆਸ ਸ਼ੁਰੂ ਕਰਦੇ ਨੇ, ਕੋਈ ਰਾਸ, ਕੋਈ ਐਨ, ਰੁੱਤਾਂ, ਪੁਰਵਾਰਧ, ਉਤਰਾਰਧ, ਹਰ ਜਗ੍ਹਾ 'ਤੇ ਗੁਰੂ ਸਾਹਿਬਾਨ ਜੀ ਦਾ ਮੰਗਲ ਜ਼ਰੂਰ ਕਰਦੇ ਹਨ, ਜਸ ਜ਼ਰੂਰ ਕਰਦੇ ਹਨ। ਤਾਂ ਸਿੱਖ ਲਈ ਇੱਕ ਧਿਆਨ ਦਿੰਦੇ ਨੇ, ਐ ਸਿੱਖਾ ਯਾਦ ਰੱਖੀ, ਜਿੰਨਾ ਚਿਰ ਤੇਰੇ ਅੰਦਰ ਸਵਾਸ ਚੱਲਦੇ ਨੇ, ਜਿੰਨਾ ਚਿਰ ਤੱਕ ਤੇਰੇ ਜੀਵਨ ਦਾ ਜੀਵਨ ਢੰਗ ਹੈ, ਦੇਹ ਅਧਿਆਸ ਤੋਂ ਅਗਰ ਬਚਣਾ ਚਾਹੁੰਦਾ ਹੈ ਤਾਂ ਨਾਮ ਅਭਿਆਸ ਜਾਰੀ ਰੱਖੀ। ਨਾਮ ਅਭਿਆਸ ਜਾਰੀ ਰੱਖਣ ਲਈ ਸ਼ਰਧਾ ਤੇ ਵਿਸ਼ਵਾਸ ਪੱਕਾ ਰੱਖੀ। ਇੱਕ ਗੱਲ ਨੂੰ ਸਿਦਕ ਨਾਲ ਜਾਣੀ, ਕਿਉਂਕਿ ਗੁਰਸਿੱਖਾਂ ਨੂੰ, ਭਗਤਾਂ ਨੂੰ ਗੱਲ ਲਾਉਣ ਵਾਲਾ ਉਹ ਰੱਬ ਮਿਹਰਬਾਨ ਉਦੋਂ ਹੀ ਹੁੰਦਾ ਹੈ ਜਦੋਂ ਭਗਤੀ ਕਰਨ ਵਾਲਾ ਭਗਤ, ਸਿੱਖੀ ਨੂੰ ਕਮਾਉਣ ਵਾਲਾ ਗੁਰਸਿੱਖ ਆਪਣੇ ਗੁਰੂ ਨੂੰ ਯਾਦ ਰੱਖਦਾ ਹੈ। ਤਾਂ ਮਹਾਕਵੀ ਸੰਤੋਖ ਸਿੰਘ ਜੀ ਨੇ ਇਸ ਗ੍ਰੰਥ ਦੀ ਸੰਪੂਰਨਤਾ 'ਤੇ ਆ ਕੇ 10 ਗੁਰੂ ਸਾਹਿਬਾਨ ਜੀ ਦੇ ਮੰਗਲ ਅੰਕਿਤ ਕੀਤੇ ਨੇ। ਉਹਨਾਂ ਮੰਗਲਾਂ ਵਿੱਚੋਂ 9 ਗੁਰੂ ਸਾਹਿਬਾਨ ਜੀ ਦੇ ਮੰਗਲ ਆਪ ਜੀ ਨੇ ਸਰਵਣ ਕੀਤੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮੰਗਲ, ਜੋ ਸੰਪੂਰਨਤਾ ਦੇ ਮੰਗਲਾਂ ਦੇ ਵਿੱਚ ਅਖੀਰ ਤੇ ਅਰਦਾਸ ਕਰਨ ਲਈ ਜਿਸ ਵਾਸਤੇ ਸੁਭਾਗ ਸਮਾਂ ਬਣਿਆ ਹੈ, ਇਸ ਇਤਿਹਾਸ ਦੀ ਸੰਪੂਰਨਤਾ ਤੋਂ ਬਾਅਦ ਜਦੋਂ ਦੀਵਾਨ ਦੀ ਸਮਾਪਤੀ ਹੋਏਗੀ, ਕਿਉਂਕਿ ਸਤਿਕਾਰਯੋਗ ਸੰਤ ਬਾਬਾ ਗੁਰਮੀਤ ਸਿੰਘ ਜੀ ਕੱਟੂ ਵਾਲੇ ਉਹ ਵੀ ਪਹੁੰਚੇ ਹੋਏ ਨੇ, ਉਹਨਾਂ ਨੇ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਾ, ਹੋਰ ਗੁਰਮੁਖ ਪਿਆਰੇ ਪਹੁੰਚੇ ਨੇ। ਤਾਂ ਅਖੀਰ ਤੇ ਸੰਪੂਰਨਤਾ ਤੇ ਅਰਦਾਸ ਕੀਤੀ ਜਾਏਗੀ। ਤਾਂ ਉਸ ਅਰਦਾਸ ਲਈ ਕਵੀ ਜੀ ਨੇ ਥਾਂ ਥਾਂ ਤੇ ਜਦੋਂ ਵੀ ਮੌਕਾ ਬਣਿਆ ਤੇ ਅਰਦਾਸ ਕਰਨਾ ਕਦੇ ਵੀ ਨਹੀਂ ਭੁੱਲੇ। ਭੂਲ ਜੋ ਚੂਕ ਭਾਈ ਹਮ ਤੇ ਗੁਰ ਕਿੰਕਰ ਸੋ ਤੁਮ ਤੇ ਬਖਸ਼ਾਵ। ਤਾਂ ਇਹ ਇੱਕ ਨਿਸ਼ਠਤਾ ਦੇ ਨਾਲ ਜਿਹੜੇ ਮੰਗਲ ਕਰਨੇ ਹਨ, ਗੁਰੂਆਂ ਨੂੰ ਯਾਦ ਕਰਨਾ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਹਾਂ। ਕਵੀ ਜੀ ਜੋ ਬਖਸ਼ਿਸ਼ ਕਰਦੇ ਨੇ, ਸ਼ਰਵਣ ਕਰੀਏ। ਬਾਰੀ ਰਚੀ ਜਸ ਉਜਲ ਕੀ। ਤਾਂ ਜਿਨ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਤਮ ਜਸ, ਵਡਿਆਈ, ਮਹਿਮਾ ਦੀ ਬਾਰੀ ਕਹਿੰਦੇ ਹਨ, ਬਗੀਚੀ ਨੂੰ ਬਣਾਉਣਾ ਕੀਤਾ ਹੈ। ਵਿਕਸੇ ਜਿਵੇਂ ਫੂਲ ਸਦਾ ਸੁਖ ਬਾਰੀ। ਤਾਂ ਜਿਸ ਤਰ੍ਹਾਂ ਨਾਲ ਸਦਾ ਸੁਖ ਦਾ ਖਿੜਾਵਟ ਦੇਣ ਵਾਲੀ ਫੁੱਲਾਂ ਦੀ ਇਹ ਬਾਗੀਚੀ ਜਿਹੜੀ ਹੈ, ਜਿਹੜਾ ਇਤਿਹਾਸ ਰੂਪ ਦੇ ਵਿੱਚ ਖਿਲੀ ਹੋਈ ਹੈ। ਬਾਰੀ ਇਹ ਬਾਰੀ ਰਟੇ ਜਿਸ ਨਾਮ। ਤੇ ਜਿਹੜਾ ਬਾਰ-ਬਾਰ, ਬਾਰੀ ਇਹ ਬਾਰੀ, ਮੁੜ ਮੁੜ ਕੇ
ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਰਟਨ ਉਚਾਰਨ ਕਰਦਾ ਰਹੇ। ਉਧਾਰਤ ਹੈ ਜਗ ਜੇ ਨਿਪਬਾਰੀ। ਤੇ ਜਿਹੜਾ ਵੀ ਸੰਸਾਰ ਦੇ ਅੰਦਰ ਮਨੁੱਖਾ ਜਨਮ ਦੀ ਬਾਰੀ ਲੈ ਕੇ ਆਇਆ ਹੈ, ਉਸ ਦਾ ਉਧਾਰ ਕਰ ਦਿੰਦੀ ਹੈ। ਇਹ ਗੁਰੂ ਸਾਹਿਬ ਜੀ ਦੇ ਇਤਿਹਾਸ ਦਾ ਉਪਕਾਰ ਹੈ, ਕਿਉਂਕਿ ਇਤਿਹਾਸ ਵਿੱਚੋਂ ਸਾਨੂੰ ਸ਼ਰਧਾ ਜਾਗਦੀ ਹੈ ਕਿ ਗੁਰੂ ਸਾਹਿਬ ਜੀ ਦੇ ਗੁਰਸਿੱਖ ਇੰਨੀ ਨਿਸ਼ਠਾ ਨਾਲ ਜਪਦੇ ਸਨ, ਇੰਨਾ ਸਿਮਰਨ ਕਰਦੇ ਸਨ, ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਅੰਦਰ ਸਿਮਰਨ ਕਰੀਏ। ਚਾਅ ਜਾਗ ਪੈਂਦਾ ਹੈ। ਇਸ ਲਈ ਸਤਿਗੁਰੂ ਜੀ ਵਚਨ ਕਰ ਸਤਿਗੁਰੂ ਜੀ ਦਾ ਜਿਹੜਾ ਜਸ ਹੈ ਉਹ ਨਾਮ ਦੀ ਮਹਿਮਾ ਕਰਦਿਆਂ ਹੋਇਆਂ ਜਨਮ ਨੂੰ ਸੁਧਾਰ ਲੈਂਦਾ ਹੈ। ਬਾਰੀ ਗੁਰੂ ਪਰ ਪੰਥ ਸ਼ੁਰੂ ਕੀਏ। ਤੇ ਜਿਨ੍ਹਾਂ ਨੇ ਖਾਲਸਾ ਪੰਥ ਸ਼ੁਰੂ ਕੀਤਾ, ਐਸੇ ਸਤਿਗੁਰੂ ਜੀ ਤੋਂ ਕੁਰਬਾਨ ਜਾਵਾ। ਕੋ ਸ਼ਰਣੀ ਕਰੀਏ ਨਾ ਅਬਾਰੀ। ਇਸ ਲਈ ਇਹ ਗੁਰਸਿੱਖੋ, ਗੁਰੂ ਨਾਲ ਪਿਆਰ ਕਰਨ ਵਾਲੇ ਸਿਦਕਵਾਨੋ, ਪਉ ਸ਼ਰਣੀ, ਸ਼ਰਨ ਵਿੱਚ ਪੈ ਜਾਓ। ਨਾ ਕਰੀਏ ਬਾਰੀ, ਦੇਰੀ ਨਾ ਕਰਿਓ। ਬਾਰੀ ਬਚਨ ਹਰੈ ਮਲ ਪਾਪਨ। ਜਿਨ੍ਹਾਂ ਦੀ ਜਿਹੜੇ ਬਚਨਾਂ ਰੂਪ ਬਾਰੀ ਜਲ ਹੈ, ਜਿਹੜਾ ਜਿਹੜਾ ਗ੍ਰਹਿਣ ਕਰ ਲੈਂਦਾ ਉਹਦੇ ਪਾਪਾਂ ਨੂੰ ਨਸ਼ਟ ਕਰ ਦਿੰਦੇ ਹਨ। ਸਰੋਤ ਸਿੱਖ ਸਦਾ ਪਰ ਬਾਰੀ। ਤਾਂ ਜਿਹੜੇ ਸਤਿਗੁਰੂ ਜੀ ਦੇ ਚਰਨਾਂ ਤੇ ਪੈ ਜਾਂਦੇ, ਉਹਨਾਂ ਸਿੱਖਾਂ ਦੀ ਕਲਿਆਣ ਕਰ ਦਿੰਦੀ ਹੈ। ਐਸੀ ਬਗੀਚੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਸ ਦੀ ਹੈ। ਚਿੱਤਰਪਦਾ ਛੰਦ ਬਾਵਨ ਹੈ ਬਲ ਰਾਏ ਬੰਦਿਓ। ਤਾਂ ਜਿਨ੍ਹਾਂ ਨੇ ਬਾਵਨ ਹੋ ਕਰਕੇ ਬਲ ਰਾਜੇ ਨੂੰ ਬੰਧਾਇਮਾਨ ਕਰ ਲਿਆ ਸੀ, ਬਲ ਬਾਲ ਬੱਧਿਓ ਪੁਨ ਭੇ ਨਰ ਸਿੰਘ। ਤੇ ਫਿਰ ਪੂਰੇ ਬਲ ਦੇ ਨਾਲ ਬਾਲੀ ਨੂੰ ਬੰਨ ਲਿਆ, ਤੇ ਫਿਰ ਨਰਸਿੰਘ ਦਾ ਰੂਪ ਹੋ ਕਰਕੇ ਹਰਨਾਕਸ਼ ਨੂੰ ਮਾਰਿਆ। ਕੱਛਪ ਮੱਛ ਬਰਾਹ ਬਨੇ। ਅਰ ਕੱਛਪ ਦਾ ਰੂਪ ਧਾਰਿਆ, ਮੱਛ ਦਾ ਰੂਪ ਧਾਰਿਆ, ਵਰਾਹ ਅਵਤਾਰ ਦਾ ਰੂਪ ਧਾਰਨ ਕੀਤਾ। ਮ੍ਰਿਗ ਰਾਖਸ਼ ਦੈਤ ਹਤੇ ਜਿਮ ਸਿੰਘ। ਅਤੇ ਜਿਨ੍ਹਾਂ ਨੇ ਸ਼ੇਰ ਵਾਂਗੂ ਮਿਰਗਾਂ ਦਾ ਆਕਾਰ ਵਰਨ ਵਾਲੇ ਰਾਖਸ਼ਾਂ ਨੂੰ ਵੀ ਮਾਰਨਾ ਕੀਤਾ। ਰਾਮ ਭਏ ਦਿਜ ਰਾਮ ਭਏ। ਇਹਨਾਂ ਦੇ ਪਿੱਛੇ ਬਹੁਤ ਲੰਬੇ ਲੰਬੇ ਪ੍ਰਕਰਨ ਇਤਿਹਾਸਾਂ ਦੇ ਵੀ ਹਨ, ਕਿਉਂਕਿ ਜਿਹੜਾ ਮੰਗਲ ਹੁੰਦਾ ਹੈ ਉਹ ਕਲਿਆਣਮਈ ਹੁੰਦਾ ਹੈ, ਜਿਸ ਦਾ ਮੁੱਖ ਮਕਸਦ ਹੁੰਦਾ ਹੈ ਆਪਣੇ ਇਸ਼ਟ ਦੇਵ ਦੇ ਵਾਰ-ਵਾਰ ਧਿਆਨ ਉੱਪਰ ਕੇਂਦਰਿਤ ਕਰਨਾ। ਇਸ ਲਈ ਦੁਆਰਾ ਪੜ੍ਹਿਓ। ਰਾਮ ਭਏ ਦਿਜ ਰਾਮ ਭਏ। ਕਿਉਂ ਰਾਮ ਭਏ? ਸ਼੍ਰੀ ਰਾਮ ਜੀ ਦਾ ਰੂਪ ਹੋਏ, ਦਿਜ ਰਾਮ ਪਰਸਰਾਮ ਦਾ ਰੂਪ ਹੋਏ। ਕਨ ਸ਼ਿਆਮ ਭਏ ਧਰਮੈ ਨਰ ਸਿੰਘ। ਤੇ ਘਨਸ਼ਿਆਮ ਕ੍ਰਿਸ਼ਨ ਰੂਪ ਹੋਏ ਅਤੇ ਧੰਨ ਧਰਮੈ ਨਰ ਸਿੰਘ। ਧਰਮੈ ਨਰ ਸਿੰਘ, ਧਰਤੀ ਤੇ ਨਰਸਿੰਘ ਦਾ ਰੂਪ ਹੋਏ। ਸੋ ਕਲਮ ਹੈ ਗੁਰੂ ਨਾਨਕ ਰੂਪ। ਤੇ ਉਹੀ ਸ਼ਕਤੀ ਜਿਹੜੀ ਹੈ ਕਲਯੁਗ ਦੇ ਅੰਦਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਰੂਪ ਹੋ ਕਰਕੇ ਦਸੋ ਤਨ ਪੇ ਲਗ ਗੋਬਿੰਦ ਸਿੰਘ। ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਚਲਦਿਆਂ ਚਲਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ ਜੀ ਤੱਕ 10 ਸਰੂਪ ਹੋਏ। ਤਾਂ ਜੋਤ 오ਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ। ਜੋ ਜੋ ਵਰਤਮਾਨ ਦਰਪੇਸ਼ ਸਮੱਸਿਆਵਾਂ ਆਈਆਂ, ਉਹਨਾਂ ਦੇ ਉਧਾਰ ਲਈ ਜੋ ਉਸ ਸ਼ਕਤੀ ਨੇ ਸਰੂਪ ਆਪਣੇ ਬਣਾਉਣਾ ਕੀਤੇ, ਉਹਨਾਂ ਸਾਰੇ ਸਰੂਪਾਂ ਦੇ ਅੰਦਰ ਜੋ ਨਿਰਾਕਾਰਤਾ ਦਾ ਰੂਪ ਹੈ, ਉਹ 10 ਗੁਰੂ ਸਾਹਿਬਾਨ ਜੀ ਦਾ ਸਰੂਪ ਹੁੰਦਿਆਂ ਹੋਇਆਂ ਵਰਤਮਾਨ ਵਿੱਚ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਜੀ ਹੈ। ਕਿਉਂਕਿ ਕਵੀ ਜੀ ਇਤਿਹਾਸ ਨੂੰ ਸੰਪੂਰਨ ਕਰ ਰਹੇ ਨੇ, ਇਸ ਲਈ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ ਜੀ ਦੇ ਇਤਿਹਾਸ ਤੱਕ ਲੈ ਕੇ ਆਏ ਹਨ। ਤਾਂ ਇਤਿਹਾਸ ਹਮੇਸ਼ਾ ਵਰਤਮਾਨ ਦੀ ਗਵਾਹੀ ਹੁੰਦਾ ਹੈ ਔਰ ਭਵਿੱਖ ਦੇ ਲਈ ਪਲਾਨਿੰਗ ਕੰਸਰਨ ਹੁੰਦਾ ਹੈ। ਤਾਂ ਜਿਵੇਂ ਜਿਵੇਂ ਪੰਥ ਖਾਲਸਾ ਗੁਰੂ ਸਾਹਿਬ ਜੀ ਦੀ ਹਾਜ਼ੂਰੀ ਅੰਦਰ ਉਸ ਅਕਾਲ ਪੁਰਖ ਨੂੰ ਗੁਰੂ ਨਾਨਕ ਗੋਬਿੰਦ ਰੂਪ ਮਹਿਸੂਸ ਕਰਦਿਆਂ ਹੋਇਆਂ ਵਰਤਮਾਨ ਵਿੱਚ ਗੁਰੂ ਗ੍ਰੰਥ ਅਤੇ ਗੁਰੂ ਪੰਥ ਜੀ ਦਾ ਰੂਪ ਮਹਿਸੂਸ ਕਰਦਾ, ਫਿਰ ਮਹਾਂਪੁਰਖਾਂ ਦੀ ਲੰਬੀ ਕੜੀ ਜੋ ਵਰਤਮਾਨ ਸਮੇਂ ਤੱਕ ਸਾਡੇ ਪਾਸ ਪਹੁੰਚਦੀ ਹੈ। ਤਾਂ ਇਹ ਇਤਿਹਾਸ ਉੱਪਰ ਸਾਡਾ ਮਾਣ ਹੈ, ਗੌਰਵਤਾ ਹੈ ਔਰ ਇਸ ਤੋਂ ਅਗਾਂਹ ਇਤਿਹਾਸ ਦਾ ਅੰਗ ਬਣਨ ਲਈ ਯਤਨ ਹਨ। ਇਸ ਲਈ ਕਵੀ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਕਰਦੇ ਆ, ਜੋ ਇਸ ਗ੍ਰੰਥ ਦੀ ਭੂਮਿਕਾ ਹੈ, ਤੇ ਨਾਲ ਨਾਲ ਗੁਰੂ ਚਰਨਾਂ ਦੀ ਅਰਦਾਸ ਬੇਨਤੀ ਹੈ
ਅੱਗੇ ਗੁੰਥਨ ਕਰਦੇ ਨੇ। ਚੌਪਈ ਦਸੋਂ ਗੁਰਨ ਕੀ ਕਰਨਾ ਪਾਈ। ਕਹਿੰਦੇ ਹਨ ਕਿ 10 ਗੁਰੂ ਸਾਹਿਬਾਨ ਜੀ ਦੀ ਮਹਾਨ ਕਿਰਪਾ ਮੇਰੇ ਉੱਪਰ ਹੋਈ। ਦਸੋਂ ਗੁਰਨ ਕੀ ਕਥਾ ਬਣਾਈ। ਤੇ ਉਹਦਾ ਪਰਉਪਕਾਰ ਕੀ ਹੋਇਆ ਕਿ 10 ਗੁਰੂ ਸਾਹਿਬਾਨ ਜੀ ਦੀ ਕਥਾ ਬਣਾਈ ਗਈ ਹੈ। ਜਿਸ ਤਰ੍ਹਾਂ ਗੁਰੂ ਸਾਹਿਬ ਨੇ ਮਿਹਰਬਾਨੀ ਕੀਤੀ ਉਸ ਨੂੰ ਸ਼ਬਦਾਕਾਰ ਰੂਪ ਦੇਣਾ ਕੀਤਾ। ਪਨ ਪੁਨ ਧਰ ਪਰ ਧਰ ਧਰ ਸਿਰ ਕੋ। ਕਿਉਂ ਬਾਰ-ਬਾਰ ਧਰਤੀ ਦੇ ਉੱਪਰ ਸਿਰ ਰੱਖ ਰੱਖ ਕਰਕੇ ਬੰਦਨ ਕਰੋ ਪ੍ਰੇਮ ਕਰ ਉਰ ਕੋ। ਮੈਂ ਹਿਰਦੇ ਦਾ ਪਿਆਰ ਕਰਕੇ ਹਿਰਦੇ ਵਿੱਚੋਂ ਪ੍ਰੇਮ ਦੀ ਭਾਵਨਾ ਰੱਖ ਕੇ ਗੁਰੂ ਸਾਹਿਬਾਨ ਜੀ ਨੂੰ ਮੱਥਾ ਟੇਕਦਾ ਹਾਂ। ਖਾਲਸਾ ਜੀ, ਅਗਰ ਅਸੀਂ ਗੁਰੂ ਨੂੰ ਇਸ ਤਰ੍ਹਾਂ ਯਾਦ ਕਰਨਾ ਸ਼ੁਰੂ ਕਰੀਏ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚੋਂ ਸਾਨੂੰ ਗੁਰੂ ਨਾਨਕ ਸਾਹਿਬ ਜੀ ਨਜ਼ਰ ਆਉਣਗੇ। ਗੁਰੂ ਨਾਨਕ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠਿਆਂ ਸੰਗਤ ਨਜ਼ਰ ਆਏਗੀ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਦਰਬਾਰ ਸਜਿਆ ਮਹਿਸੂਸ ਹੋਏਗਾ। ਉਸ ਵਿੱਚ ਸੰਗਤ ਜੁੜੀ ਹੋਈ ਮਹਿਸੂਸ ਹੋਏਗੀ। ਉਹ ਮਹਿਸੂਸ ਸ਼ਕਤੀ ਕੋਈ ਕਲਪਨਾ ਨਹੀਂ ਹੋਏਗੀ, ਸਗੋਂ ਅਸੀਂ ਮਹਿਸੂਸ ਕਰਦੇ ਹੋਵਾਂਗੇ ਕਿ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਅਸੀਂ ਤੁਸੀਂ ਸਾਰੇ ਜੁੜ ਬੈਠੇ ਹਾਂ। ਕੋਈ ਗੁਰਮੁਖ ਪਿਆਰੇ ਕਥਾ ਇਤਿਹਾਸ ਪੜ੍ਹਦੇ ਹਨ, ਕੋਈ ਗੁਰਬਾਣੀ ਸੁਣਦੇ ਹਨ, ਕੋਈ ਬੱਚੇ ਆਪਣੀਆਂ ਖੇਡਾਂ ਵਿੱਚ ਮਸਤ ਹਨ, ਕੋਈ ਕਿਸੇ ਤਰ੍ਹਾਂ ਨਾਲ ਹੈ, ਕੋਈ ਕਿਸੇ ਤਰ੍ਹਾਂ ਨਾਲ। ਤਾਂ ਇਹ ਜਿਹੜੀ ਵੈਰਾਈਟੀ ਹੈ ਇਸ ਨੂੰ ਲਿਵਲੀਹੁੱਡ ਕਿਹਾ ਜਾਂਦਾ ਹੈ, ਜੀਵਨ ਦੀ ਕਲਾ ਕਿਹਾ ਜਾਂਦਾ ਹੈ। ਪਰ ਇਹਨੂੰ ਦੁਖਾਂਤ ਨਾ ਬਣੇ, ਸੁਖਾਂਤ ਬਣੇ, ਉਸ ਨੂੰ ਅਕਲ ਕਿਹਾ ਜਾਂਦਾ ਹੈ। ਔਰ ਇਸ ਅਕਲ ਲਈ ਹੀ ਗੁਰੂ ਸਾਹਿਬ ਨੇ ਆਖਿਆ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਕੀਚੈ ਦਾਨ। ਤਾਂ ਇਹ ਜਿਹੜਾ ਅਕਲ ਦਾ ਰੂਪ ਹੈ ਇਹਦੇ ਲਈ ਕਵੀ ਜੀ ਆਖਦੇ ਨੇ ਕਿ ਬਾਰ-ਬਾਰ ਹਿਰਦੇ ਦੇ ਪ੍ਰੇਮ ਵਿੱਚੋਂ ਮੈਂ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਦਾ ਹਾਂ। ਪੁਰਬਾਰਦ ਉਤਰਾਰਦ ਦੋਏ। ਸਭ ਤੋਂ ਪਹਿਲੇ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਲਈ ਪੁਰਵਾਰਦ ਅਤੇ ਉਤਰਾਰਧ, ਜਿਵੇਂ ਸੂਰਜ ਚੜ੍ਹਦਾ ਦੁਪਹਿਰ ਤੱਕ ਇੱਕ ਪੱਖ ਹੁੰਦਾ ਹੈ, ਦੁਪਹਿਰ ਤੋਂ ਸ਼ਾਮ ਤੱਕ ਇੱਕ ਪੱਖ ਹੁੰਦਾ ਹੈ। ਕਥਾ ਬਣੀ ਗੁਰੂ ਨਾਨਕ ਸੋਏ। ਤਾਂ ਉਹ ਜਿਹੜੀ ਕਥਾ ਬਣੀ ਉਸ ਨੂੰ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ ਨਾਮ ਦਿੱਤਾ ਗਿਆ। ਬਰਨੀ ਦੁਆਦਸ਼ ਰਾਸ ਅਗਾਰੀ। ਉਸ ਤੋਂ ਅੱਗੇ 12 ਰਾਸਾਂ, ਕਿਉਂਕਿ ਸੂਰਜ ਦੀ ਚਾਲ ਦੇ ਨਾਲ 12 ਮਹੀਨੇ ਚੱਲਦੇ ਨੇ, ਤਾਂ 12 ਰਾਸਾਂ ਬਣਾਉਣਾ ਕੀਤੀਆਂ। ਨਵਮ ਗੁਰੂ ਲਗ ਕਥਾ ਸੁਧਾਰੀ। ਤੇ 9 ਗੁਰੂ ਸਾਹਿਬਾਨ ਜੀ ਦੀ 12 ਰਾਸਾਂ ਅੰਦਰ ਕਥਾ ਸੁਧਾਰ ਕੇ ਜਿਵੇਂ ਜਿਵੇਂ ਜਿੱਥੋਂ ਜਿੱਥੋਂ ਜੋ ਬਖਸ਼ਿਸ਼ ਮਿਲੀ ਅੰਕਿਤ ਕਰਨਾ ਕੀਤੀ। ਖਟ ਰਿਤ ਜੁਗਤ ਬਨੇ ਜੁਗ ਐਨ। ਤਾਂ 6 ਰੁੱਤਾਂ ਦੇ ਸਮੇਤ 2 ਐਨ ਜਿਹੜੇ ਹਨ, ਕਿਉਂਕਿ 6 ਮਹੀਨੇ ਜਿਹੜੀ ਧਰਤੀ ਹੈ ਸੂਰਜ ਦੇ ਇੱਕ ਪਾਸੇ ਨੂੰ ਐਂਗਲ ਲੈਂਦੀ ਹੈ, 6 ਮਹੀਨੇ ਦੂਜੇ ਪਾਸੇ ਨੂੰ ਐਂਗਲ ਲੈਂਦੀ ਹੈ। ਤਾਂ ਇਹ 2 ਐਨ ਬਣਨਾ ਕੀਤੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਗਾਥਾ ਐਨ। ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਇਤਿਹਾਸ ਐਨ ਸਹੀ ਜਿੰਨਾ ਕੋ ਮਿਹਰ ਹੋਈ ਉਸ ਨੂੰ ਅੰਕਿਤ ਕਰਨਾ ਕੀਤਾ ਹੈ। ਭਏ ਪ੍ਰਕਰਨ ਸਰਬ ਕੇ ਬਾਈ। ਇਹ ਸਾਰੇ ਜਿਹੜੇ ਨੇ 22 ਪ੍ਰਕਰਨ ਬਣ ਗਏ ਹਨ। 9 ਰਸ ਤੇ ਪੂਰਨ ਮਤ ਥਾਈ। ਤਾਂ 9 ਰਸ ਜਿਹੜੇ ਹਨ ਉਹਨਾਂ ਦੇ ਨਾਲ ਥਾਂ ਸਿਰ ਥਾਂ ਪੂਰੀ ਤਰ੍ਹਾਂ ਪੂਰਨਤਾ ਕੀਤੀ ਹੋਈ ਹੈ। ਇੱਥੇ ਇੱਕ ਬੇਨਤੀ ਹੋਰ ਕਰਾਂ, ਕਈ ਵਾਰ ਜਦੋਂ ਸ਼ਿੰਗਾਰ ਰਸ ਦੇ ਸ਼ਬਦ ਆਉਂਦੇ ਹਨ ਤਾਂ ਸਾਨੂੰ ਸੰਗਤ ਵਿੱਚ ਉਹਨਾਂ ਸ਼ਬਦਾਂ ਦੀ ਜਿਹੜੀ ਵਰਤੋਂ ਹੈ ਉਹ ਕਰਨ ਤੋਂ ਗੁਰੇਜ਼ ਮਹਿਸੂਸ ਹੁੰਦਾ ਹੈ, ਰੱਖਣਾ ਵੀ ਚਾਹੀਦਾ। ਮੇਰਾ ਮੰਨਣਾ ਹੈ, ਹਾਂ ਇੱਕ ਗੱਲ ਜ਼ਰੂਰ ਹੈ ਕਿ ਸ਼ਬਦ ਦੇ ਨਾਲ ਅਨਰਥ ਨਾ ਹੋਏ, ਅਨਿਆਂ ਨਾ ਹੋਏ, ਤਾਂ ਉਹਦੇ ਲਈ ਨਵੀਂ ਵੈਬ ਜਿਹੜੀ ਹੈ, ਨਵੀਂ ਟੈਕਨੀਕ ਜਿਹੜੀ ਹੈ, ਅਸੀਂ ਉਸ ਨੂੰ ਯੂਟਿਲਾਈਜ਼ ਕਰ ਸਕਦੇ ਹਾਂ। ਸਿਨਾਮਨਸ ਆਖਿਆ ਜਾਂਦਾ, ਬਹੁਤ ਸਾਰੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਜਿਹੜਾ ਐਨਸਾਈਕਲੋਪੀਡੀਆਸ ਨੇ ਉਹਨਾਂ ਨੂੰ ਪੜ੍ਹ ਕੇ ਹਾਸਲ ਕਰ ਸਕਦੇ ਹਾਂ। ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਕੁਝ ਲੋਕ ਗਿਆਨ ਨੂੰ ਸਮਝਣ ਦੇ ਯੋਗ ਹੁੰਦੇ ਹਨ, ਪਰ ਉਹਨਾਂ ਦੇ ਜਿਹੜੇ ਸ਼ਬਦ ਹਨ ਉਹ ਉਤੇਜਨਾ ਪੈਦਾ ਕਰ ਦਿੰਦੇ ਨੇ। ਤਾਂ ਇਤਿਹਾਸ, ਗੁਰਮਤਿ ਵਿਚਾਰ ਜਾਂ ਜਿਹੜੀ ਵਿਚਾਰ ਗੋਸ਼ਟੀ ਹੈ,
ਇਹ ਕਦੇ ਵੀ ਉਤੇਜਨਾ, ਘਬਰਾਹਟ ਪੈਦਾ ਨਹੀਂ ਕਰਦੀ, ਗੰਭੀਰਤਾ, ਸ਼ਾਂਤੀ ਤੇ ਟਿਕਾ ਪੈਦਾ ਕਰਦੀ ਹੈ। ਇਸ ਲਈ ਜਿਹੜੇ 9 ਰਸ ਹਨ, ਕਵੀ ਜੀ ਆਖਦੇ, ਕਿਉਂਕਿ ਕਵੀ ਲੋਕ ਜਿਹੜੇ ਨੇ ਬੇਪਰਵਾਹ ਹੁੰਦੇ ਨੇ, ਵਿਦਵਾਨ ਲੋਕ ਬੇਪਰਵਾਹ ਹੁੰਦੇ ਹਨ, ਔਰ ਉਹ ਕਲਾ ਦੇ ਨਾਲ ਕਦੇ ਵੀ ਅਨਿਆਏ ਨਹੀਂ ਹੋਣ ਦਿੰਦੇ। ਕਈ ਵਾਰ ਸਾਡੀ ਸੌੜੀ ਬੁੱਧੀ ਕਿ ਆਹ ਕਵੀ ਜੀ ਕਿਵੇਂ ਲਿਖ ਸਕਦਾ, ਉਹ ਕਵੀ ਜੀ ਕਿਵੇਂ ਕਰ ਸਕਦਾ, ਐਸਾ ਕੁਝ ਨਹੀਂ ਹੁੰਦਾ, ਕਿਉਂਕਿ ਪਰਮਾਤਮਾ ਨੇ ਦੁਨੀਆ ਨੂੰ ਚੱਲਦਾ ਰੱਖਣਾ ਹੈ, ਬਸ ਚੰਗਿਆਈਆਂ ਦੇ ਨਾਲ ਬੁਰਾਈਆਂ 'ਤੇ ਕਾਬੂ ਰੱਖਣਾ ਹੈ, ਔਰ ਹਮੇਸ਼ਾ ਤਰੱਕੀ ਦੇ ਰਾਹ 'ਤੇ ਚੱਲਣ ਲਈ ਜੋ ਕੁਝ ਰੁਕਾਵਟਾਂ ਨੇ ਉਹਨਾਂ ਨੂੰ ਪਾਰ ਕਰਨਾ ਹੈ। ਤਾਂ ਕਵੀ ਜੀ ਆਖਦੇ 9 ਰਸ ਜਿਹੜੇ ਹਨ ਉਹਨਾਂ ਸਾਰਿਆਂ ਨਾਲ ਪੂਰਨਤਾ ਦੇ ਸਹਿਤ ਨਿਰਵਾਹ ਕੀਤਾ ਹੈ। ਸ੍ਰੀ ਗੁਰੂ ਕੀ ਗਾਥਾ ਸ਼ੁਭ ਗੰਗਾ। ਸਤਿਗੁਰੂ ਜੀ ਦੀ ਜਿਹੜੀ ਗਾਥਾ ਹੈ 10 ਗੁਰੂ ਸਾਹਿਬਾਨ ਜੀ ਦੀ ਸੋਹਣੇ ਨਿਰਮਲ ਜਲ ਦੀ ਗੰਗਾ ਹੈ। ਛੰਦ ਉਮੰਗ ਉਤੰਗ ਤਰੰਗਾ। ਤੇ ਜਿਹੜੇ ਇਹਦੇ ਵਿੱਚ ਛੰਦ ਨੇ ਬੜੇ ਉਤਸ਼ਾਹ ਦੇ ਨਾਲ ਜਿਹੜੀਆਂ ਲਹਿਰਾਂ ਉੱਠ ਰਹੀਆਂ ਹਨ। ਕਰਾਮਾਤ ਵਰਣਨ ਜਹ ਕਹਾ। ਜਿੱਥੇ ਕਿਤੇ ਗੁਰੂ ਸਾਹਿਬ ਜੀ ਦੀ ਜਿਹੜੀ ਬਖਸ਼ਿਸ਼ ਹੈ, ਜਿਹਨੂੰ ਕਰਾਮਾਤ ਸ਼ਬਦ ਦੇ ਨਾਲ ਜਾਣਿਆ ਜਾਂਦਾ ਹੈ। ਦੇਖੋ ਕੁਦਰਤ ਦੀ ਕਰਾਮਾਤ ਹੀ ਹੈ ਨਾ, ਕ੍ਰੋਮੋਸੋਮਸ ਇੱਕ ਪਾਸੇ ਐਗ ਬਣਦੇ ਨੇ, ਦੂਜੇ ਪਾਸੇ ਸਪਰਮ ਬਣਦੇ ਨੇ। ਤਾਂ ਇਹ ਉਸ ਤੋਂ ਅਗਲੀ ਕਰਾਮਾਤ ਹੀ ਹੈ ਕਿ ਇੱਕ ਜੀਵਨ ਦੇ ਅੰਦਰ 9 ਮਹੀਨੇ ਦੀ ਆਗੋਸ਼ ਹੈ, ਇੱਕ ਜੀਵਨ ਦਾ ਸਾਥ ਹੈ। ਤਾਂ ਹਰ ਜਗ੍ਹਾ ਤੇ ਜਦੋਂ ਵੇਖਾਂਗੇ ਰੱਬ ਦੀ ਕਰਾਮਾਤ, ਕੁਦਰਤ ਦਾ ਵਰਤਾਰਾ ਨਜ਼ਰ ਆਏਗਾ। ਪਰ ਜਦੋਂ ਮਨੁੱਖ ਆਪਣੇ ਸਵਾਰਥ ਲਈ ਇਸ ਨੂੰ ਵਰਤਦਾ ਹੈ ਤਾਂ ਇਹ ਕਹਿਰ ਨਜ਼ਰ ਆਏਗਾ। ਇਸੇ ਲਈ ਗੁਰੂ ਸਾਹਿਬਾਨ ਜੀ ਨੇ ਕਹਿਰ ਤੋਂ ਬਚਣ ਲਈ ਕਿ ਜਦੋਂ ਵੀ ਰਹਿਣਾ ਸਦਾ ਸਭ ਦੇ ਨਾਲ ਰਲ ਮਿਲ ਬਹਿ ਸਭਨ ਕੇ ਸਾਥਾ, ਸਭ ਨਾਲ ਰਲ ਮਿਲ ਕੇ ਬੈਠਣਾ। ਜੇ ਮੈਂ ਪੰਥ ਦੇ ਇੰਸਟੀਟਿਊਸ਼ਨਲ ਬਾਡੀ ਵਿੱਚ ਦਿਮਾਗ ਹਾਂ, ਸਭ ਨੂੰ ਕੋਆਰਡੀਨੇਟ ਕਰਾਂ, ਅਗਰ ਮਨ ਹਾਂ ਸਾਰਿਆਂ ਦੇ ਅੰਦਰ ਉਤਸ਼ਾਹ ਭਰਾਂ, ਅਗਰ ਪੰਥ ਜਾਂ ਸੰਸਥਾ ਦਾ ਹੱਥ ਹਾਂ, ਸਭ ਚੀਜ਼ ਨੂੰ ਪਕੜ ਕੇ ਚੱਲਣਾ, ਪੈਰ ਹਾਂ ਉਸ ਨੂੰ ਅਗਾਂਹ ਵਧਣ ਦਾ ਉਤਸ਼ਾਹ ਦੇਵਾਂ, ਤਾਂ ਪੰਥ ਦਾ, ਸੰਸਥਾ ਦਾ ਜਿਹੜਾ ਵੀ ਮੈਂ ਅੰਗ ਹਾਂ, ਬਸ ਮੈਂ ਉਸ ਜ਼ਿੰਮੇਵਾਰੀ ਲਈ ਤੁਰਦਾ ਰਹਾਂ, ਬਾਕੀ ਸਭ ਤੁਰਦੇ ਰਹਿਣ। ਹੱਥ, ਪੈਰ, ਅੱਖਾਂ, ਨੱਕ, ਦਿਮਾਗ, ਮਨ ਸਾਰਾ ਕੁਝ ਸਹੀ ਹੋਏ ਫਿਰ ਤੰਦਰੁਸਤ ਬੰਦਾ ਹੁੰਦਾ। ਹੱਥ ਨਾ ਹੋਣ ਲੂਲਾ ਹੋ ਜਾਂਦਾ ਹੈ, ਪੈਰ ਨਾ ਹੋਣ ਲੰਗੜਾ ਹੋ ਜਾਂਦਾ ਹੈ, ਅੱਖ ਨਾ ਹੋਵੇ ਕਾਣਾ ਹੋ ਜਾਂਦਾ ਹੈ, ਦੋਨੋਂ ਅੱਖਾਂ ਨਾ ਹੋਣ ਅੰਨਾ ਹੋ ਜਾਂਦਾ ਹੈ। ਇੱਥੋਂ ਤੱਕ ਬਾਪੂ ਆਂਦਾ ਕਿ ਕਹ ਕਬੀਰ ਨੱਕ ਹੈ ਬਿਨਾ ਨਾ ਸੋਹੇ 32 ਲਖਣਾ, ਕਿ ਬਾਕੀ 32 ਲੱਛਣ ਪੂਰੇ ਹੋਣ ਪਰ ਜੇ ਨੱਕ ਨਾ ਹੋਵੇ ਤੇ ਸ਼ੋਭਦਾ ਨਹੀਂ ਹੈ। ਇਸ ਲਈ ਇੱਕ ਪੂਰਨ ਮਨੁੱਖਵਾਨ, ਇੱਕ ਸੰਸਥਾਗਤ ਜਿਹੜਾ ਕੰਮ ਹੈ ਇਹ ਚੱਲਦਾ ਰਹੇ ਤਾਂ ਇਹ ਆਪਣੇ ਗੁਰੂ ਸਾਹਿਬ ਜੀ ਦਾ ਜਿਹੜਾ ਉਜਲ ਉਤਸ਼ਾਹ ਜਸ ਹੈ, ਛੰਦਾਬੰਦੀ ਦੇ ਰੂਪ ਰਾਹੀਂ ਉਹ ਸੋਹਣੀਆਂ ਲਹਿਰਾਂ ਪੈਦਾ ਕਰਦਾ ਹੈ। ਇਹੋ ਗੰਭੀਰਤਾ ਧਾਰਤ ਮਹਾ। ਤਾਂ ਇਹ ਮਹਾਨ ਗੰਭੀਰਤਾ ਇਹ ਜਲ ਜਿਹੜਾ ਹੈ ਧਾਰਨ ਕਰ ਰਿਹਾ ਹੈ। ਰਾਮ ਕੋਇਰ ਗਿਰਵਰ ਤੇ ਨਿਕਸੀ। ਤਾਂ ਜਿਸ ਤਰ੍ਹਾਂ ਨਾਲ ਜਿਹੜਾ ਪੁਰਵਾਰਦ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਹੈ ਭਾਈ ਬਾਲਾ ਜੀ ਦੇ ਮੁਖਾਰਬਿੰਦ ਤੋਂ ਨਿਕਲਿਆ, ਅਤੇ ਉਸ ਤੋਂ ਅਗਲਾ ਇਤਿਹਾਸ ਰਾਮ ਕੋਇਰ ਜੀ ਜਿਹੜਾ ਗੰਗੋਤਰੀ ਪਹਾੜ ਹੈ ਉਸ ਜਗ੍ਹਾ ਤੋਂ ਨਿਕਲਿਆ ਹੈ। ਸਿੱਖਨ ਵਿਖੇ ਜਗਤ ਮੈਂ ਬਖਸ਼ੀ। ਗੁਰਸਿੱਖਾਂ ਦੇ ਹਿਰਦਿਆਂ ਦੇ ਅੰਦਰ ਪੂਰੇ ਸੰਸਾਰ ਵਿੱਚ ਪ੍ਰਸਾਰਿਤ ਹੋਈ ਹੈ। ਜੋਗ ਵਿਰਾਗ ਭਗਤ ਅਰ ਗਿਆਨ। ਤਾਂ ਜੋਗ ਰੱਬ ਨਾਲ ਜੁੜਨਾ, ਵੈਰਾਗ ਸੰਸਾਰ ਵੱਲੋਂ ਧਾਰਨ ਕਰਨਾ, ਰੱਬ ਦੀ ਭਗਤੀ ਅਤੇ ਗਿਆਨ। ਬਸੈ ਚਾਰ ਜਲ ਜੰਤ ਮਹਾਨ। ਇਹ ਚਾਰ ਬੜੇ ਸੋਹਣੇ ਜਿਹੜੇ ਪਾਣੀ ਵਿੱਚ ਰਹਿਣ ਵਾਲੇ ਜੰਤੂ ਵਸਦੇ ਹਨ। ਜਪ ਤਪ ਸੰਜਮ ਦਾਨ ਇਸ਼ਨਾਨ। ਜਪ ਕਰਨਾ, ਤਪ ਕਰਨਾ, ਸੰਜਮ ਰੱਖਣਾ, ਦਾਨ ਕਰਨਾ, ਇਸ਼ਨਾਨ ਕਰਨਾ। ਧੀਰਜ ਦਇਆ ਸ਼ਿਮਾ ਨਿਰਮਾਨ। ਧੀਰਜ ਧਾਰਨ ਕਰਨਾ, ਖਿਮਾ ਕਰਨੀ, ਦਇਆ ਕਰਨੀ, ਨਿਮਰਤਾ ਰੱਖਣੀ। ਸਤ ਸੰਤੋਖ ਆਦ ਗੁਣ ਜੇਤੇ। ਸਤ ਹੈ, ਸੰਤੋਖ ਹੈ, ਇਸ ਤੋਂ ਲੈ ਕੇ ਜਿੰਨੇ ਵੀ ਸ਼ੁਭ ਗੁਣ ਹਨ। ਲਗ ਜਲ ਜੰਤ ਵਾਸ ਕਰਤੇ ਤੇ। ਤਾਂ ਇਹ ਛੋਟੇ ਛੋਟੇ ਜੀ ਜੰਤੂ ਨੇ ਜਿਹੜੇ ਗੁਰਸਿੱਖਾਂ ਦੇ ਜੀਵਨ ਵਿੱਚ ਵਾਸ ਕਰਦੇ ਨੇ। ਇਹੀ ਕਾਰਨ ਹੈ ਕਿ ਗੁਰਸਿੱਖਾਂ ਲਈ ਗੁਰੂ ਸਾਹਿਬ ਨੇ 2 ਵਕਤ ਸੰਗਤ ਵਿੱਚ ਜੁੜਨ ਦਾ ਸੁਨੇਹਾ ਦਿੱਤਾ। ਕਿਸੇ ਦਇਆਵਾਨ ਵਿੱਚੋਂ ਸਾਨੂੰ ਦਇਆ ਚੰਗੀ ਲੱਗਦੀ ਹੈ, ਵਾਹ ਇਹ ਕਿੰਨਾ ਦਇਆਵਾਨ ਹੈ, ਕਿਸੇ ਦਾ ਦੁੱਖ ਵੇਖ ਹੀ ਨਹੀਂ ਸਕਦਾ,
ਕਿਸੇ ਨੂੰ ਖਿਮਾਵਾਨ ਵੇਖ ਕੇ ਵਾਹ ਇਹਨੂੰ ਗੁੱਸਾ ਆਉਂਦਾ ਹੀ ਨਹੀਂ ਹੈ, ਕਿਸੇ ਨੂੰ ਸੰਤੋਖੀ ਵੇਖ ਕੇ ਵਾਹ ਇਹ ਕਦੇ ਕਿਸੇ ਤੋਂ ਲੋੜ ਤੋਂ ਵੱਧ ਮੰਗਦਾ ਹੀ ਨਹੀਂ ਹੈ। ਤਾਂ ਇਹ ਇੱਕ ਉਤਸੁਕਤਾ ਜਿਸ ਨੂੰ ਅਸੀਂ ਇੰਸਪੀਰੇਸ਼ਨ ਕਹਿੰਦੇ ਹਾਂ, ਇੰਸਪਾਇਰ ਕੰਡੀਸ਼ਨਸ ਆਖਦੇ ਹਾਂ, ਤਾਂ ਉਹ ਸਾਨੂੰ ਜਿਹੜਾ ਇਹ ਛੋਟੇ ਛੋਟੇ ਗੁਰਸਿੱਖਾਂ ਦੇ ਜੀਵਨ ਦੇ ਜਿਹੜੇ ਸ਼ੁਭ ਗੁਣਾ ਰੂਪ ਜੀਵ ਜੰਤੂ ਵਸਦੇ ਨਜ਼ਰ ਆਉਂਦੇ ਹਨ। 10 ਗੁਰ ਦਸੋਂ ਘਾਟ ਕੋ ਪਾਏ। ਤਾਂ 10 ਗੁਰੂ ਸਾਹਿਬਾਨ ਜੀ ਦੇ ਜਿਹੜਾ ਇਤਿਹਾਸ ਹੈ ਇਹ ਇਸ ਪਵਿੱਤਰ ਗੰਗਾ ਦੇ 10 ਹੀ ਜਿਹੜੇ ਘਾਟ ਇਸ਼ਨਾਨ ਕਰਨ ਦੇ ਥਾਂ ਹਨ। ਪਾਵਨ ਭਏ ਲੋਕ ਸਮੁਦਾਏ। ਸਮੂਹ ਲੋਕ, ਕਿਸੇ ਨੂੰ ਸਿਮਰਨ ਕਰਨਾ ਚੰਗਾ ਲੱਗਦਾ ਹੈ, ਗੁਰੂ ਨਾਨਕ ਸਾਹਿਬ ਜੀ ਦੇ ਘਾਟ ਤੇ ਇਸ਼ਨਾਨ ਕਰ ਲੈਂਦਾ ਹੈ। ਕਿਸੇ ਨੂੰ ਹੁਕਮ ਮੰਨਣਾ ਚੰਗਾ ਲੱਗਦਾ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਇਤਿਹਾਸ ਰੂਪ ਘਾਟ ਤੇ ਇਸ਼ਨਾਨ ਕਰ ਲੈਂਦਾ ਹੈ। ਕਿਸੇ ਨੂੰ ਸੇਵਾ ਕਰਨੀ ਚੰਗੀ ਲੱਗਦੀ ਹੈ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਇਤਿਹਾਸ ਘਾਟ ਤੇ ਇਸ਼ਨਾਨ ਕਰ ਲੈਂਦਾ ਹੈ। ਇਉਂ 10 ਗੁਰੂ ਸਾਹਿਬਾਨ ਜੀ ਦੇ ਜਿਹੜੇ ਇਤਿਹਾਸ ਉਹਨਾਂ ਵਿੱਚੋਂ ਲਾਹਾ ਲੈਂਦਾ ਹੈ। ਜਨਮ ਮਰਨ ਤੇ ਆਦ ਕਲੇਸ਼ੂ। ਫਿਰ ਉਹਦਾ ਜੰਮਣ ਮਰਨ ਤੋਂ ਲੈ ਕੇ ਜਿੰਨੇ ਵੀ ਕਲੇਸ਼ ਹਨ, 5 ਤਰ੍ਹਾਂ ਦੇ ਕਲੇਸ਼ ਮੰਨੇ ਹਨ, ਅਸਮਤਾ, ਅਭਿਨਿਵੇਸ਼, ਰਾਗ, ਦਵੇਸ਼ ਸਭ ਖਤਮ ਕਰ ਲੈਂਦੇ ਹਨ। ਇਹ ਵੱਡ ਬਾਤ ਕਹਿਤੇ ਅਸ਼ੇਸ਼ੂ। ਅਤੇ ਇਹ ਮਹਾਨ ਚੰਗੇ ਵੱਡੇ ਭਾਗਾਂ ਦੇ ਲਈ ਅਸ਼ੇਸ਼ੂ ਵਿਸ਼ੇਸ਼ ਕਰਕੇ ਕਥਨ ਕੀਤਾ ਹੈ। ਗੁਰਸਿੱਖ ਜੋਗੀ ਮੁਨ ਰਿਖ ਭਾਰੀ। ਤੇ ਗੁਰਸਿੱਖ ਜਿਹੜੇ ਰੱਬ ਨਾਲ ਜੁੜਨ ਵਾਲੇ ਮੁਨੀਆਂ ਰਿਖੀਆਂ ਵਾਂਗੂ ਮਹਾਨ ਵੱਡੇ ਤਪਸਵੀ ਹਨ। ਗੁਰ ਮਹਿਮਾ ਗੰਗਾ ਤਨ ਪਿਆਰੀ। ਉਹਨਾਂ ਨੂੰ ਗੁਰੂ ਸਾਹਿਬ ਜੀ ਦੀ ਵਡਿਆਈ ਰੂਪ ਜਿਹੜਾ ਉੱਜਲ ਜਲਦੀ ਗੰਗਾ ਚੰਗੀ ਲੱਗਦੀ ਹੈ। ਪਠਨ ਸੁਨਨ ਸੁਭ ਅਰਥ ਵਿਚਾਰਨ। ਪੜ੍ਹਨਾ ਸੁਣਨਾ, ਸੋਹਣੇ ਅਰਥਾਂ ਦੀ ਬਾਰ-ਬਾਰ ਵਿਚਾਰ ਕਰਦੇ ਰਹਿਣਾ। ਪਾਨ ਇਸ਼ਨਾਨ ਹਰਿ ਕਰ ਧਾਰਨ। ਖੁਸ਼ੀ ਦੇ ਨਾਲ ਉਹ ਇਸ਼ਨਾਨ ਪਾਨ ਕਰਦੇ ਹਨ, ਭਾਵ ਇਹਨੂੰ ਧਾਰਨ ਕਰਨ ਰੂਪ ਇਸ਼ਨਾਨ ਪਾਨ ਕਰਦੇ ਨੇ। ਸਿੱਖ ਸੰਗਤ ਗੁਰ ਪ੍ਰੇਮੀ ਪਿਆਰੇ। ਗੁਰਸਿੱਖ ਸੰਗਤ ਜਿੰਨੇ ਵੀ ਗੁਰੂ ਸਾਹਿਬ ਨਾਲ ਪ੍ਰੇਮ ਕਰਨ ਵਾਲੇ ਨੇ। ਲਿਖੈ ਸੁਨੈ ਜਸ ਗਾਵਨ ਹਾਰੇ। ਤਾਂ ਲਿਖਦੇ ਹਨ, ਸੁਣਦੇ ਹਨ, ਜਸ ਨੂੰ ਗਾਉਣ ਵਾਲੇ। ਗੁਰ ਮਹਿਮਾ ਗੰਗਾ ਕੋ ਪਾਏ। ਉਹ ਗੁਰੂ ਸਾਹਿਬ ਜੀ ਦੀ ਵਡਿਆਈ ਰੂਪ ਗੰਗਾ ਨੂੰ ਪ੍ਰਾਪਤ ਕਰਦਿਆਂ ਹੋਇਆਂ ਭਏ ਮੁਕਤ ਗੁਰ ਰੂਪ ਸਮਾਏ। ਕਿਉਂ ਗੁਰੂ ਸਾਹਿਬ ਜੀ ਦੇ ਸਰੂਪ ਅੰਦਰ ਸਮਾ ਕੇ ਉਹ ਮੁਕਤੀ ਦੇ ਯੋਗ ਹੋ ਗਏ ਹਨ। ਅਬ ਮੈਂ ਸਭ ਆਗਾ ਕਰ ਜੋਰ। ਉਹ ਮਹਾਕਵੀ ਸੰਤੋਖ ਜੀ ਆਖਦੇ ਹਾਂ, ਕਵੀ ਸੰਤੋਖ ਸਿੰਘ ਜੀ ਆਖਦੇ ਹਨ ਕਿ ਹੁਣ ਮੈਂ ਦੋਨੋਂ ਹੱਥ ਜੋੜ ਕਰਕੇ ਸਾਰੀ ਗੁਰਸਿੱਖ ਸੰਗਤ ਦੇ ਅੱਗੇ ਬਾਰੰਬਾਰ ਨਿਹੋਰ ਨਿਹੋਰ ਬਾਰ-ਬਾਰ ਆਪਣੇ ਗੁਰੂ ਸਾਹਿਬ ਜੀ ਨੂੰ, ਉਹਨਾਂ ਦੇ ਇਤਿਹਾਸ ਨੂੰ, ਉਹਨਾਂ ਦੇ ਪਰਉਪਕਾਰਾਂ ਨੂੰ ਪੂਜਦਿਆਂ ਹੋਇਆਂ ਅਸ ਤਿੱਖੀ ਸਿੱਖੀ ਅਸ ਜਾਚ। ਕਿ ਹੇ ਮਹਾਰਾਜ ਤੇਰੀ ਸਿੱਖੀ ਹੈ ਤੇ ਖੰਨਿਓ ਬਹੁਤ ਤਿੱਖੀ, ਪਰ ਤੇਰੇ ਪਾਸੋਂ ਮੈਂ ਇਹ ਸਿੱਖੀ ਦੀ ਦਾਤ ਮੰਗਦਾ ਹਾਂ। ਚਿੱਤ ਕੀ ਬ੍ਰਿਤੀ ਸਾਚ ਮਹਾਰਾਜ। ਮਹਾਰਾਜ ਮੇਰੀ ਚਿੱਤ ਬਿਰਤੀ ਜਿਹੜੀ ਹੈ, ਜੋ ਤੇਰਾ ਸੱਚ ਸਰੂਪ ਸੱਚੇ ਤੇਰੇ ਆਕਾਰ ਵਿੱਚ ਹੈ, ਜੋ ਤੇਰਾ ਸੱਚ ਸਰੂਪ ਵਾਸਤਵ ਵਿੱਚ ਐਗਜ਼ਿਸਟੈਂਸ ਹੈ, ਜਿਸ ਸੱਚ ਦੇ ਕੋਲ ਸੰਸਾਰ ਦਾ ਬਾਕੀ ਕੁਝ ਵੀ ਨਹੀਂ ਹੈ, ਉਸ ਨੂੰ ਮੰਗਦਾ ਹਾਂ। ਲਹੋ ਦਰਸ ਗੁਰ ਦੇਹੋ ਇਮ ਬਰਕ। ਮਹਾਰਾਜ ਐਸਾ ਬਰ ਦਿਓ ਜੈਸੇ ਸਰੂਪ ਤੁਹਾਡੇ ਦਰਸ਼ਨ ਕਰਨੇ ਚਾਹਾਂ, ਮੈਨੂੰ ਸਾਕਾਰ ਹੋ ਜਾ। ਜਿਸ ਦੇ ਬ੍ਰਹਮ ਗਿਆਨ ਹੋਏ ਉਰਕ। ਜਿਸ ਕਰਕੇ ਮੇਰੇ ਹਿਰਦੇ ਦੇ ਅੰਦਰ ਤੇਰਾ ਬ੍ਰਹਮ ਸਰੂਪ ਗਿਆਨ ਬਣ ਜਾਏ ਕਿ ਕਦੇ ਤੂੰ ਗੁਰੂ ਨਾਨਕ ਹੋ ਕੇ ਵਿਚਰਦਾ ਸੈਂ, ਕਦੇ ਗੁਰੂ ਅੰਗਦ ਸਾਹਿਬ ਸਰੂਪ ਹੋ ਕੇ ਵਿਚਰਦਾ ਸੈਂ, ਤੇ ਕਦੇ ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਸਰੂਪ ਹੋ ਕੇ ਵਿਚਰਦਾ ਹੈ, ਔਰ ਕਦੇ ਤੂੰ ਵਰਤਮਾਨ ਮੇਰੇ ਗੁਰੂ ਸਾਹਿਬਾਨ ਦਾ ਸਰੂਪ ਹੋ ਕੇ ਵਿਚਰਦਾ ਹੈ। ਤੇ ਗੁਰੂ ਤੇ ਸਦਾ ਰਹਿਣ ਵਾਲੀ ਤੇਰੀ ਵਿਵਸਥਾ ਹੈ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਜਨਮ ਮਰਨ ਕੋ ਕਸ਼ਟ ਵਡੇਰਾ। ਜਿਸ ਕਰਕੇ ਜੰਮਣ ਮਰਨ ਦਾ ਬਹੁਤ ਵੱਡਾ ਜਿਹੜਾ ਕਸ਼ਟ ਹੈ। ਬਹੁਰ ਨ ਜਗ ਮੈਂ ਹੋਏ ਕਬ ਫੇਰਾ। ਮੁੜ ਕੇ ਸੰਸਾਰ ਸਮੁੰਦਰ ਤੇ ਕਦੇ ਮੇਰਾ ਆਉਣਾ ਨਾ ਹੋਵੇ। ਜਿਨਹੁ ਗੁਰਨ ਲੱਖੋ ਨਿਸਤਾਰੇ। ਜਿਨ੍ਹਾਂ ਗੁਰੂ ਸਾਹਿਬਾਨ ਜੀ ਨੇ ਲੱਖਾਂ ਜੀਵਾਂ ਨੂੰ ਤਾਰ ਦਿੱਤਾ ਹੈ। ਜੁਗ ਲੋਕਨ ਸੁਖ ਦਇਓ ਉਦਾਰੇ। ਦੋਨਾਂ ਲੋਕਾਂ
ਵਿੱਚ ਸਭ ਨੂੰ ਮਹਾਨ ਸੁਖ ਬਖਸ਼ਣਾ ਕੀਤਾ ਹੈ। ਮਹਿਮਾ ਮਹਾ ਮਹਾਨ, ਧਰਤੀ ਦੇ ਉੱਪਰ ਸਭ ਤੋਂ ਮਹਾਨ ਵੱਡੀ ਉਹਨਾਂ ਦੀ ਮਹਿਮਾ ਹੈ। ਛਪੇ ਨਹੀਂ ਸਭ ਲਖੈ ਜਹਾਨ। ਇਹ ਕੋਈ ਲੁਕੀ ਛਿਪੀ ਗੱਲ ਨਹੀਂ ਹੈ, ਇਹ ਸਾਰਿਆਂ ਵਿੱਚ ਬਿਦਤ ਹੈ, ਪ੍ਰਗਟ ਹੈ। ਕਬਿਤ ਸਾਚ ਰੂਪ ਆਪਨੋ ਪਛਾਨ ਉਪਦੇਸ਼ ਦੇਤ। ਉਹ ਆਪਣਾ ਸੱਚ ਸਰੂਪ ਪਛਾਣ ਕਰਕੇ ਉਪਦੇਸ਼ ਦੇਣਾ ਦਿੰਦੇ ਨੇ। ਕੂੜ ਤੇ ਅਹੰਤਾ ਤਤ ਕਾਲ ਵਿਨ ਸਾਵਈ। ਕੂੜ ਅਤੇ ਹੰਗਤਾ ਦਾ ਜਿਹੜਾ ਜੀਵਨ ਅੰਦਰ ਪ੍ਰਭਾਵ ਹੈ, ਛੇਤੀ ਨਸ਼ਟ ਕਰ ਦਿੰਦੇ ਨੇ। ਚੇਤਨ ਬਤਾਏ ਕੈ ਅਚੇਤਨ ਕੋ ਤਿਆਗ ਕਰ। ਚੇਤਨ ਸਰੂਪ ਜਿਹੜਾ ਉਸ ਨੂੰ ਸਮਝਾ ਕਰਕੇ ਅਚੇਤਨ ਜੜ ਨੂੰ ਤਿਆਗ ਦਿੰਦੇ ਨੇ। ਸੂਖਮ ਸਮਤ ਤੇ ਅਲਖ ਕੋ ਲਖਾਵਾਈ। ਬੜੀ ਸੂਖਸ਼ਮ ਬਿਰਤੀ ਦੇ ਕਰਕੇ ਅਲਖ ਨਾ ਲਖੇ ਜਾਣ ਵਾਲੇ ਨੂੰ ਜਣਾ ਦਿੰਦੇ ਨੇ। ਆਨੰਦ ਬਿਲੰਦ ਕੇ ਉਦਦ ਮੈਂ ਸਮਾਏ ਕਰ। ਆਨੰਦ ਦੇ ਮਹਾਨ ਸਮੁੰਦਰ ਦੇ ਅੰਦਰ ਸਮਾ ਕਰਕੇ ਸਿੱਖ ਕੋ ਉਧਾਰ ਬੰਦ ਗਾਡੇ ਛੁਟਕਾਵਾਈ। ਸਿੱਖ ਦਾ ਉਧਾਰ ਕਰਦੇ हैं, ਬੰਧਨਾਂ ਤੋਂ ਛੁਟਕਾਰਾ ਦਵਾ ਦਿੰਦੇ ਨੇ। ਏਕ ਅਸਤਪਾਤ ਪ੍ਰਿਯ ਸਰਬਥਾ ਸੰਤੋਖ ਸਿੰਘ। ਕਵੀ ਸੰਤੋਖ ਸਿੰਘ ਜੀ ਆਖਦੇ ਨੇ, ਇੱਕ ਜਿਹੜਾ ਉਹ ਦੁਆਰਾ ਪੜਿਓ, ਇੱਕ ਅਸਤਪਾਤ ਪ੍ਰਿਯ ਜਾਂ ਇੱਕ ਹੀ ਜਿਹੜਾ ਅਸਤੀ ਭੰਤੀ ਪ੍ਰਯੋਤਾ ਸਰੂਪ ਹੈ, ਜਿਹੜਾ ਸਾਰੇ ਅੰਦਰ ਐਗਜ਼ਿਸਟੈਂਸ ਜਿਹੜੀ ਹੈ ਮਹਿਸੂਸ ਕਰਵਾਉਣਾ। ਅਸਤੀ ਦਾ ਅਰਥ ਹੁੰਦਾ ਜਿਹੜਾ ਹੈ ਤਾਂ ਪ੍ਰੈਜ਼ੈਂਸੀ ਜਿਸ ਨੂੰ ਆਖਦੇ ਨੇ। ਭੰਤੀ ਦਾ ਅਰਥ ਹੈ ਅਨੇਕਤਾ ਦੇ ਵਿੱਚ ਵੈਰਾਈਟੀ ਦੀ ਕ੍ਰੀਏਸ਼ਨ ਪੈਦਾ ਕਰਨੀ, ਔਰ ਪ੍ਰਯਤਾ ਦਾ ਅਰਥ ਹੈ ਲਗਾਵ ਪੈਦਾ ਕਰਨਾ। ਤਾਂ ਅਸਤੀ ਭੰਤੀ ਤੇ ਜਿਹੜੀ ਪ੍ਰਯਤਾ ਹੈ ਉਹ ਅਸਲ ਅਸ ਸਰੂਪ ਜੋ ਹੈ। ਨਮੋ ਨਮੋ ਗੁਰ ਔਰ ਠੀਕ ਠਹਿਰਾਵਈ। ਤੇ ਨਮਸਕਾਰ ਨਮਸਕਾਰ ਆਪਣੇ ਗੁਰੂ ਸਾਹਿਬਾਨ ਜੀ ਨੂੰ, ਜਿਨ੍ਹਾਂ ਨੇ ਨਿਸ਼ਚੈ ਪੂਰਵਕ ਜੀਵਨ ਅੰਦਰ ਇਸ ਨੂੰ ਟਿਕਾ ਦਿੱਤਾ ਹੈ। ਭੇਤ ਨਾ ਸਜਾਤੀ ਨਾ ਬਜਾਤੀ ਨਾ ਸੁਗਤ ਜਾਮੈ। ਇਉਂ ਜਿਹਦੇ ਵਿੱਚ ਸਜਾਤੀ ਵਿਜਾਤੀ ਸਵੈਗਤ ਭੇਦ ਨਹੀਂ ਹੁੰਦਾ। ਕਲਪਤ ਦ્વੈਤ ਕੋ ਸਮੂਲ ਬਿਨ ਸਾਵਈ। ਤਾਂ ਜਿਹੜੀ ਦ્વੈਤ ਕਲਪਨਾ ਕੇ ਰੂਪ ਦੇ ਰਾਹੀਂ ਮਹਿਸੂਸ ਹੁੰਦੀ ਹੈ, ਉਸ ਨੂੰ ਮੁੱਢ ਤੋਂ ਹੀ ਨਸ਼ਟ ਕਰ ਦਿੰਦੇ ਹਨ। ਰੱਜੂ ਮੈਂ ਸਰਪ ਕੋ ਅਤਿਅੰਤਾ ਪਾਵ ਤੈਸੇ ਲਖ। ਇਉਂ ਰੱਜੂ ਰੱਸੀ ਦੇ ਵਿੱਚ ਜਿਹੜਾ ਸੱਪ ਦਾ ਅਤਿਅੰਤਾ ਅਭਾਵ ਹੈ, ਭਾਵ ਹੁੰਦਾ ਹੀ ਨਹੀਂ, ਪਰ ਉਸ ਨੂੰ ਸਰੂਪ ਜਾਣ ਕਰਕੇ ਏਕ ਪਰਮਾਤਮਾ ਅਨੇਕਤਾ ਉਠਾਵਈ। ਤਾਂ ਇੱਕ ਹੀ ਪਰਮਾਤਮਾ ਅਨੇਕਤਾਵਾਂ ਦਾ ਰੂਪ ਜਿਹੜਾ ਹੈ ਉਸ ਨੂੰ ਪੈਦਾ ਕਰ ਦਿੰਦਾ ਮਾਇਆ ਦੇ ਕਰਕੇ। ਸਤਨਾਮ ਜਾਪ ਦੀਨ ਤੀਨ ਤਾਪ ਕੀਨਹੀਨ। ਤਾਂ ਸਤਨਾਮ ਵਾਹਿਗੁਰੂ ਦਾ ਜਾਪ ਦੇ ਕੇ ਤਿੰਨੇ ਪਾਪਾਂ ਨੂੰ ਨਸ਼ਟ ਕਰ ਦਿੱਤਾ ਹੈ। ਸ਼ਰਾਵਨ ਮਨਨ ਨਿਧ ਆਸਨ ਲੁਧਿਆਵਈ। ਤੇ ਜਿਹੜਾ ਸ਼ਰਵਣ ਕਰਕੇ ਮੰਨਣ ਕਰਦਾ ਨਿਧਿਆਸਨ ਤੱਕ ਉਸ ਨੂੰ ਹੀ ਧਿਆਉਂਦਾ ਹੈ। ਗੁਰੂ ਸ਼ਰਨਾਵੇ ਸੋ ਕਿਉ ਨਾ ਗਤ ਪਾਵਈ। ਤੇ ਜਿਹੜਾ ਐਸੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆ ਜੇ, ਫਿਰ ਉਹਨੂੰ ਮੁਕਤੀ ਕਿਉਂ ਨਹੀਂ ਮਿਲੇਗੀ। ਭਗਤ ਜੋ ਕਮਾਵਈ ਕਲੇਸ਼ ਨ ਮਿਟਾਵਈ। ਤੇ ਜਿਹੜਾ ਵੀ ਭਗਤੀ ਕਮਾਉਂਦਾ ਹੈ ਉਹ ਸਾਰੇ ਕਲੇਸ਼ਾਂ ਨੂੰ ਮੇਟ ਲੈਂਦਾ ਹੈ। ਤਾਂ ਇੱਥੇ ਜਿਹੜਾ ਅਨੇਕਤਾ ਦੇ ਅੰਦਰ ਏਕਤਾ ਦਾ ਰੂਪ ਹੈ। ਵੈਸੇ ਇਹਦਾ ਜਿਹੜਾ ਸੁਜਾਤੀ ਹੈ, ਵਿਜਾਤੀ ਹੈ, ਸਵੈਗਤ ਹੈ, ਇਹਦੇ ਹੋਰ ਅਰਥ ਜਿਹੜੇ ਹਨ ਜੋ ਅਗਾਂਹ ਜਿੰਨੇ ਮਰਜ਼ੀ ਵਿਸਥਾਰ ਸਹਿਤ ਕਰਦੇ ਜਾਈਏ, ਮੂਲ ਰੂਪ ਵਿੱਚ ਹੈ ਕਿ ਇੱਕ ਚੰਗੇ ਵਿਚਾਰ ਸਾਡੇ ਅੰਦਰ ਪ੍ਰਵਿਰਤ ਹੁੰਦੇ ਨੇ, ਜਿਨ੍ਹਾਂ ਵਿੱਚੋਂ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਅਸੀਂ ਪਰਮਾਤਮਾ ਦੀ ਅਭੇਦਤਾ ਦੇ ਰਸਤੇ ਵੱਲ ਵਧਦੇ ਹਾਂ। ਔਰ ਇੱਕ ਸਾਡੇ ਜੀਵਨ ਦੇ ਅੰਦਰ ਮਾਨਸਿਕ ਤਣਾਅ ਹੁੰਦੇ ਨੇ ਬੁਰਾਈਆਂ ਦੇ ਪ੍ਰਭਾਵ ਸਦਕਾ, ਜਿਨ੍ਹਾਂ ਰਾਹੀਂ ਅਸੀਂ ਆਪਣੀ ਜ਼ਿੰਦਗੀ ਦੀ ਜਿਹੜੀ ਵਾਸਤਵਿਕਤਾ ਹੈ ਉਸ ਤੋਂ ਬੇਮੁਖ ਹੋ ਜਾਂਦੇ ਹਾਂ। ਤਾਂ ਇਹ ਬੇਮੁਖਤਾ ਦੇ ਪਾਸੇ ਤੋਂ ਖਹਿੜਾ ਛੁਡਾ ਕੇ ਸਦਗਤੀ ਵਾਲੇ ਪਾਸੇ ਜੇ ਕੋਈ ਤੋਰਦਾ ਹੈ, ਇਹ ਗੁਰੂ ਸਾਹਿਬਾਨ ਜੀ ਦਾ ਬਖਸ਼ਿਆ ਹੋਇਆ ਸੱਚਾ ਨਾਮ ਹੈ, ਜੋ ਪੰਥ ਖਾਲਸਾ ਵਾਹਿਗੁਰੂ ਕਰਕੇ ਜਪਦਾ ਹੈ। ਤੋਸੋ ਨਹੀਂ ਦਾਤਾ ਕੋ ਮੋਸੋ ਨਾ ਬੁਖਾਰੀ ਦੀਨ। हे ਮਹਾਰਾਜ, ਤੇਰੇ ਵਰਗਾ ਦਾਤਾ ਕੋਈ ਨਹੀਂ, ਮੇਰੇ ਵਰਗਾ ਮੰਗਤਾ ਕੋਈ ਨਹੀਂ ਹੈ। ਤੋਸੋ ਨਾ ਦਿਆਲ ਦੁਖੀ ਮੋਸੋ ਨਾ ਲਾਈਏ। ਤੇਰੇ ਵਰਗਾ ਦਿਆਲੂ ਕੋਈ ਨਹੀਂ ਤੇ ਦੁਖੀ ਮੇਰੇ ਵਰਗਾ ਕੋਈ ਨਹੀਂ ਆਖੀਦਾ। ਮੋਸੋ ਨਹੀਂ ਕਿਰਤ ਕਾਣ ਤੋਸੋ ਉਪਕਾਰੀ ਨਾਹੀਂ। ਤੇਰੇ ਮੇਰੇ ਵਰਗਾ ਕਿਰਤ ਘਣ ਕੋਈ ਨਹੀਂ, ਤੇਰੇ ਵਰਗਾ ਪਰਉਪਕਾਰੀ ਕੋਈ ਨਹੀਂ।
ਮੋਸੁਰਾ ਅਨਾਥ ਨਾਥ ਤੋ ਸੁਨਾ ਬਤਾਈਏ। ਮੇਰੇ ਵਰਗਾ ਅਨਾਥ ਕੋਈ ਨਹੀਂ ਤੇ ਤੇਰੇ ਵਰਗਾ ਮਾਲਕ ਕੋਈ ਨਹੀਂ ਦੱਸੀਦਾ। ਔਗੁਣੀ ਨ ਮੋਸੁ ਕੋਈ ਗੁਣਵਾਨ ਤੋ ਸੁ ਨਹੀਂ। ਮੇਰੇ ਵਰਗਾ ਔਗਣਿਆਰਾ ਕੋਈ ਨਹੀਂ ਤੇ ਤੇਰੇ ਵਰਗਾ ਗੁਣਵਾਨ ਕੋਈ ਨਹੀਂ ਹੈ। ਜਪ ਤਪ ਬ੍ਰਤ ਮੋਹ ਮੈਂ ਏਕ ਨਹੀਂ ਪਾਈਏ। ਜਪ ਕਰਨਾ ਤਪ ਕਰਨਾ ਵਰਤ ਰੱਖਣਾ ਇੱਕ ਵੀ ਮੇਰੇ ਵਿੱਚ ਨਹੀਂ ਲੱਭਦਾ। ਕਬ ਆਇਓ ਹੈ ਸ਼ਰਨ ਗਹਿ ਧਾਇ ਕੈ ਚਰਨ ਗੁਰ। ਕਵੀ ਜੀ ਆਖਦੇ ਹਨ, ਹੇ ਮਹਾਰਾਜ ਮੈਂ ਦੌੜ ਕੇ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਤੁਹਾਡੇ ਚਰਨ ਪਕੜੇ ਹਨ। ਤਾਰਨ ਤਰਨ ਨਿਜ ਹੱਥ ਦੇ ਬਚਾਈਏ। ਹੇ ਵਾਹਿਗੁਰੂ ਸੰਸਾਰ ਸਮੁੰਦਰ ਤੋਂ ਤਾਰਨ ਵਾਲੇ ਸਤਿਗੁਰ ਜੀ, ਮੈਨੂੰ ਸੰਸਾਰ ਤੋਂ ਹੱਥ ਦੇ ਕੇ ਬਚਾ ਲੈਣਾ ਕਰੋ। ਦੋਹਰਾ ਸਤਿਗੁਰ ਮਮ ਬੇਰੀ ਕਟੋ। ਹੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ, ਮੇਰੇ ਪੈਰਾਂ ਦੀ ਬੇੜੀ ਗੁਨਾਹਾਂ ਦੀ ਔਗਣਾਂ ਦੀ ਅਗਿਆਨਤਾ ਦੀ ਕੱਟ ਦਿਓ। ਨਿਜ ਬੇਰੀ ਪਰਚਾਰ। ਆਪਣੀ ਮਹਾਨ ਮਿਹਰਬਾਨੀ ਰੂਪ ਬੇੜੀ ਦੇ ਉੱਪਰ ਨੌਕਾ ਦੇ ਉੱਪਰ ਸਵਾਰ ਕਰਕੇ ਇਹ ਬੇਰੀ ਹੋਏ ਭਵ ਸਫਲ। ਇਸ ਵਾਰ ਹੀ ਸੰਸਾਰ ਸਮੁੰਦਰ ਤੋਂ ਸਫਲ ਹੋ ਜਾਵਾਂ, ਤਰ ਜਾਵਾਂ। ਬਿਨ ਬੇਰੀ ਕਰ ਪਾਰ। ਬਿਨਾਂ ਦੇਰੀ ਤੋਂ ਮਹਾਰਾਜ ਮੈਨੂੰ ਪਾਰ ਕਰ ਦੇਣਾ ਕਰੋ ਜੀ। ਦੋਹਰਾ ਸੂਨ ਸੂਨ ਗ੍ਰਹਿ ਆਤਮਾ। ਤਾਂ ਗ੍ਰਹਿ 9 ਹੁੰਦੇ ਨੇ, ਸੂਨ ਨਾਮ 0 ਹੁੰਦਾ, ਆਤਮਾ ਨਾਮ 1 ਹੁੰਦਾ। ਉਲਟੇ ਪਾਸੇ ਨੂੰ ਆ ਜਾਓਗੇ ਤੇ 1900 ਬਣ ਜਾਏਗਾ। ਸੰਮਤ ਆਦ ਪਛਾਨ। ਤਾਂ 1900 ਸੰਮਤ ਦਾ ਸ਼ੁਰੂ ਦਾ ਜਿਹੜਾ ਸਮਾਂ ਹੈ ਜਾਣ ਲੈਣਾ ਕਰੋ। ਮਧੂ ਮਾਸ ਸ਼ਤਰਨ ਕਰ। ਮਧੂ ਕਹਿੰਦੇ ਨੇ ਚੇਤ ਨੂੰ, ਚੇਤ ਦਾ ਮਹੀਨਾ ਸੀ, ਸ਼ਤਰੂਨ ਦੁਸ਼ਮਣਾ ਕਰਕੇ। ਭਾ ਉਤਪਾਤ ਮਹਾਨ। ਤਾਂ ਬੜਾ ਉਪਦਰਵ ਹੋਣਾ ਸ਼ੁਰੂ ਹੋ ਗਿਆ। ਭਰੀ ਲੂਟ ਕਪਥਲ ਵਿਖੇ। ਤਾਂ ਕਿਉਂਕਿ ਉਸ ਵੇਲੇ ਦੇ ਵਾਕਿਆਤ ਜਦੋਂ ਕਵੀ ਜੀ ਨੇ ਇਸ ਗ੍ਰੰਥ ਨੂੰ ਸੰਪੂਰਨ ਕਰਨ ਜਾ ਰਹੇ ਸਨ, ਕੈਥਲ ਦੇ ਅੰਦਰ ਜਿਹੜੀ ਲੁੱਟ ਮਾਰ ਮੱਚੀ ਸੀ ਉਸ ਨੂੰ ਕਵੀ ਜੀ ਇੱਥੇ ਗੁੰਥਨ ਕਰਦੇ ਨੇ ਕਿ ਕਿਸ ਤਰ੍ਹਾਂ ਨਾਲ ਹਾਲਾਤ ਬੀਤਦੇ ਹਨ। ਜਿਹੜੇ ਨਜ਼ਾਕਤ ਨੂੰ ਸਾਂਭ ਲੈਂਦੇ ਹਨ ਉਹ ਵਰਤਮਾਨ ਦਾ ਜਿਹੜਾ ਮੁੱਲ ਹੈ ਇਤਿਹਾਸ ਦੇ ਅੰਗਾਂ ਵਿੱਚ ਜੋੜ ਲੈਂਦੇ ਨੇ, ਤੇ ਜਿਹੜੇ ਵਰਤਮਾਨ ਨੂੰ ਨਾ ਸਾਂਭਣ ਇਤਿਹਾਸ ਫਿਰ ਉਹਨਾਂ ਨੂੰ ਨਹੀਂ ਪਛਾਣਦਾ। ਇਹ ਆਖਦੇ ਨੇ ਕਿ ਜਿਹੜਾ ਕਪਥਲ ਕਹਿੰਦੇ ਨੇ ਕੈਥਲ, ਕੈਥਲ ਦੇ ਵਿੱਚ ਲੁੱਟ ਮਚ ਗਈ। ਮਿਲੇ ਚੋਰ ਬਟ ਪਾਰ। ਚੋਰ ਠੱਗ ਰਾਹ ਮਾਰ ਬਹੁਤ ਸਾਰੇ ਇਕੱਠੇ ਹੋ ਗਏ। ਆਪ ਕੋ ਭਜ ਚਲੇ। ਬਸ ਸਭ ਨੂੰ ਆਪੋ ਧਾਪੀ ਪੈ ਗਈ, ਭੱਜ ਨਿਕਲੇ ਸਾਰੇ ਹੀ। ਤਜਪੁਰ ਸਭ ਇੱਕ ਵਾਰ। ਸਾਰੇ ਕੈਥਲ ਨੂੰ ਇੱਕੋ ਵਾਰ ਛੱਡ ਕਰਕੇ ਸਿੰਘ ਫਿਰੰਗੀ ਗਹਿ ਲਏ। ਤਾਂ ਜਿਹੜੇ ਸਿੰਘ ਸਨ, ਖਾਲਸਾ ਜੀ ਸਨ, ਉਹਨਾਂ ਨੂੰ ਫਰੰਗੀਆਂ ਨੇ ਪਕੜ ਲਿਆ, ਅੰਗਰੇਜ਼ਾਂ ਨੇ ਫੜ ਲਿਆ। ਕੈਦ ਕਰੇ ਵਤ ਛੀਨ। ਸਾਰਾ ਕੁਝ ਉਹਨਾਂ ਕੋਲੋਂ ਖੋਹ ਲਿਆ, ਕੈਦ ਕਰ ਦਿੱਤੇ ਸਨ। ਸੰਤਨ ਕੇ ਅਸਥਾਨ ਪੀ। ਜਿਹੜੇ ਸੰਤ ਜਨਾਂ ਦੇ, ਕੋਈ ਭਗਤ ਜਨਾਂ ਦੇ, ਗੁਰਮੁਖਾਂ ਦੇ ਸਥਾਨ ਸਨ। ਲੂਟ ਕੂਟ ਪੈ ਦੀਨ। ਬੜਾ ਲੁੱਟਿਆ ਕੁੱਟਿਆ, ਬੜਾ ਡਰ ਦੇਣਾ ਕੀਤਾ। ਅਸ ਅਪਦਾ ਕੇ ਦਿਨ ਨਵਹਿ। ਇਹੋ ਜਿਹੇ ਵਿਪਤਾਵਾਂ ਦੇ ਦਿਨਾਂ ਵਿੱਚ ਸਤਿਗੁਰ ਭਏ ਸਹਾਈ। ਸਤਿਗੁਰ ਸਾਹਿਬ ਜੀ ਖੁਦ ਮਿਹਰਬਾਨ ਹੋਏ, ਕਿਰਪਾ ਕੀਤੀ। ਭਇਓ ਨ ਬੰਕੂ ਬਾਰ ਪੀ। ਫਿਰ ਵੀ ਦਾਸ ਦਾ ਤੇ ਜਿਹੜਾ ਇਹ ਇਤਿਹਾਸ ਲਿਖਣ ਵਾਲਾ ਪਰਉਪਕਾਰੀ ਕਾਰਜ ਸੀ, ਇਹਦਾ ਬਾਲ ਨਹੀਂ ਵਿੰਗਾ ਕਰ ਸਕੇ। ਦੈ ਦੈ ਹੱਥ ਬਚਾਏ। ਮੇਰੇ ਗੁਰੂ ਨਾਨਕ ਸਾਹਿਬ ਜੀ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ ਜੀ ਨੇ ਆਪਣਾ ਕਿਰਪਾ ਰੂਪ ਹੱਥ ਦੇ ਕੇ ਰੱਖ ਲੈਣਾ ਕੀਤਾ। 14 ਆਪਨ ਬਿਰਾਨ ਨਰ। 4 ਸਵੇਰੇ ਆਪਣੇ ਬਗਾਨੇ ਜਿੰਨੇ ਬੰਦੇ ਸਨ, ਦੁਸ਼ਮਨ ਭੇਤ ਇਸ ਕਾਲ। ਤੇ ਉਹ ਦੁਸ਼ਮਣ ਹੋ ਗਏ ਸਨ ਉਸ ਵੇਲੇ। ਮਮ ਰੱਛਾ ਸਤਿਗੁਰ ਕਰੀ। ਮੇਰੀ ਤੇ ਰੱਖਿਆ ਜਿਹੜੀ ਹੈ ਸਤਿਗੁਰ ਸਾਹਿਬ ਜੀ ਨੇ ਹੀ ਕੀਤੀ। ਸਭ ਮਹਿ ਬਿਦਤ ਹਬਾਲ। ਇਹ ਗੱਲ ਸਾਰਿਆਂ ਦੇ ਅੰਦਰ ਪ੍ਰਗਟ ਹੈ। ਸਾਵਨ ਮਹਿ ਇਸ ਗ੍ਰੰਥ ਕੀ। ਕਿਉਂ ਸਾਵਣ ਦੇ ਮਹੀਨੇ ਵਿੱਚ ਇਸ ਗ੍ਰੰਥ ਦੀ ਭਈ ਸਮਾਪਤ ਆਏ। ਤਾਂ ਇਹ ਸੰਪੂਰਨਤਾ ਹੋ ਗਈ ਸੀ। ਸਾਵਣ ਦੇ ਮਹੀਨੇ ਵਿੱਚ ਇਹ ਗ੍ਰੰਥ ਸੰਪੂਰਨ ਹੋ ਚੁੱਕਾ ਸੀ। ਵਿਘਨ ਬ੍ਰਿੰਦ ਤੇ ਬਚ ਰਹੇ। ਸਮੂਹ ਵਿਘਨਾਂ ਰੁਕਾਵਟਾਂ ਤੋਂ ਬਚ ਰਹੇ ਸਾਂ। ਸ੍ਰੀ ਕਰਤਾਰ ਸਹਾਈ। ਕਿਉਂਕਿ ਕਰਤਾਰ ਅਕਾਲ ਪੁਰਖ ਵਾਹਿਗੁਰੂ ਨੂੰ ਇਹ ਪਾਉਂਦਾ ਸੀ
ਉਹ ਸਹਾਇਤਾ ਕਰਨ ਵਾਲੇ ਹੋਏ। ਦਾਸ ਜਾਣ ਕਰ ਆਪਨ ਮੈਨੂੰ ਆਪਣਾ ਨਿਮਾਣਾ ਜਾਂ ਸੇਵਕ ਜਾਣ ਕਰਕੇ ਜੁਗ ਲੋਕਨ ਸੁਖ ਦੇਨ, ਕਿਉਂਕਿ ਦੋਨਾਂ ਲੋਕਾਂ ਦੇ ਵਿੱਚ ਮੈਨੂੰ ਸੁਖ ਦੇਣ ਵਾਸਤੇ ਰਾਖੇ ਦੇ ਕਰ ਹੱਥ ਗੁਰ। ਗੁਰੂ ਸਾਹਿਬ ਜੀ ਨੇ ਆਪਣਾ ਕਿਰਪਾ ਰੂਪ ਹੱਥ ਦੇ ਕੇ ਇੱਕ ਗ੍ਰੰਥ ਸੰਪੂਰਨ ਕਰਵਾ ਲਿਆ, ਭਈ ਕੁਸ਼ਲ ਸਭ ਚੈਨ। ਜਿਸ ਕਰਕੇ ਸਰਬ ਤਰ੍ਹਾਂ ਕੁਸ਼ਲ ਸੁਖ ਆਨੰਦ ਚੈਨ ਸ਼ਾਂਤੀ ਮਿਲ ਗਈ ਕਿ ਜੋ ਕਾਰਜ ਮੇਰੇ ਗੁਰੂ ਸਾਹਿਬਾਨ ਜੀ ਨੇ ਆਰੰਭ ਕਰਵਾਇਆ ਸੀ ਉਸ ਨੂੰ ਸੰਪੂਰਨ ਕਰਵਾ ਲਿਆ ਹੈ। ਤਾਂ ਇਹ ਮਹਾਕਵੀ ਸੰਤੋਖ ਸਿੰਘ ਜੀ ਦਾ ਪ੍ਰੇਮਾਵਲ ਗ੍ਰੰਥ ਪੰਥ ਖਾਲਸੇ ਦੇ ਅੰਦਰ ਜਦੋਂ ਵੀ ਇਤਿਹਾਸ ਸੰਗਤ ਰੂਪ ਵਿੱਚ ਪੜ੍ਹਿਆ ਵਿਚਾਰਿਆ ਜਾਂਦਾ ਹੈ, ਵਿਸ਼ੇਸ਼ਤଃ ਇਹੀ ਇਤਿਹਾਸ ਪੜ੍ਹਿਆ ਵਿਚਾਰਿਆ ਜਾਂਦਾ ਹੈ। ਜਿਨ੍ਹਾਂ ਗੁਰਮੁਖ ਪਿਆਰਿਆਂ ਇਹਨਾਂ ਅਰਥਾਂ ਨੂੰ ਪੜ੍ਹਿਆ ਹੈ ਵਡਭਾਗੇ ਹਨ, ਜਿਨ੍ਹਾਂ ਨੇ ਜਿੰਨਾ ਸਮਾਂ ਮਿਲਿਆ ਸੁਣਿਆ ਹੈ ਧੰਨਤਾ ਦੇ ਯੋਗ ਹਨ। ਗੁਰ ਸ਼ਬਦ ਦੀ ਕਮਾਈ ਕਰਦੇ ਆ, ਨਾਮ ਅਭਿਆਸ ਕਮਾਉਂਦੇ ਆ, ਗੁਰੂ ਸਾਹਿਬ ਜੀ ਦੇ ਇਤਿਹਾਸ ਨੂੰ ਮਹਿਸੂਸ ਕਰਦੇ ਆ, ਵਰਤਮਾਨ ਇਤਿਹਾਸ ਦਾ ਅੰਗ ਬਣ ਸਕੀਏ। ਗੁਰੂ ਕਿਰਪਾ ਕਰੇ ਜਿਸ ਸਦਕਾ ਸਿੱਖੀ ਸਾਨੂੰ ਭਾਵੇ, ਗੁਰੂ ਚਰਨਾਂ ਨਾਲ ਜੁੜੀਏ। ਆਓ ਸਾਰੇ ਕੁਝ ਸਮਾਂ ਵਾਹਿਗੁਰੂ ਸ਼ਬਦ ਦੇ ਨਾਲ ਜੁੜੀਏ ਤਾਂ ਕਿ ਇਤਿਹਾਸ ਦੀ ਸੁਗੰਧੀ ਸਾਡੇ ਜੀਵਨ ਨੂੰ ਵੀ ਪ੍ਰਫੁੱਲਤ ਕਰੇ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਗੁਰੂ ਸਾਹਿਬ ਜੀ ਮਿਹਰ ਕਰਨ ਇਸੇ ਤਰ੍ਹਾਂ ਨਾਮ ਦੀ ਧੁਨ ਸਾਡੇ ਜੀਵਨ ਅੰਦਰ ਇੱਕ ਸਕੂਨ ਮਹਿਸੂਸ ਕਰਵਾਉਂਦੀ ਰਹੇ, ਜਿਸ ਕਰਕੇ ਗੁਰੂ ਸਾਹਿਬ ਜੀ ਦੀ ਮਿਹਰਬਾਨੀ ਹੋਏ। ਸਤਿਗੁਰ ਸਾਹਿਬ ਜੀ ਨੇ ਮਿਹਰ ਕੀਤੀ ਹੈ। ਗੁਰ ਇਤਿਹਾਸ ਦੇ ਇਸ ਅਧਿਆਰ ਨੂੰ ਅਖੀਰਲੇ ਚਰਨਾਂ ਨੂੰ ਵਿਚਾਰਦਿਆਂ ਕਈ ਪ੍ਰਕਾਰ ਦੀਆਂ ਭੁੱਲ ਗਲਤੀਆਂ ਗੁਰੂ ਸਾਹਿਬ ਜੀ, ਰੱਬ ਵਰਗੀ ਗੁਰਸੰਗਤ, ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਕਰਮ ਸਿੰਘ ਜੀ ਜਿਹੜੇ ਵਡਿਆਈ ਤੇ ਦਾਸ ਨੂੰ ਦਿੰਦੇ ਰਹਿੰਦੇ ਨੇ, ਪਰ ਅੱਖਰਾਂ ਤੇ ਇਹਨਾਂ ਦੀ ਬਹੁਤ ਪਕੜ ਹੈ ਔਰ ਬਾਰ-ਬਾਰ ਅੱਖਰਾਂ ਦਾ ਅਭਿਆਸ ਕਰਨਾ ਇਹਨਾਂ ਦੀ ਜ਼ਿੰਦਗੀ ਦਾ ਆਪਣਾ ਇੱਕ ਸਕੂਨ ਰਿਹਾ ਹੈ। ਜੋ ਅੱਖਰ ਖੱਬੇ ਸੱਜੇ ਸਿਧਾਂਤ ਦੇ ਵਿਚਰ ਗਏ ਹੋਣ ਉਹਨਾਂ ਨੂੰ ਅਣਜਾਣ ਜਿਹਵਾ ਦਾ ਗੁਨਾਹ ਜਾਣਦਿਆਂ ਨਾ ਚਤਾਰਨਾ। ਅਸੀਸ ਬਖਸ਼ਣੀ ਜ਼ਿੰਦਗੀ ਅੰਦਰ ਸਿੱਖੀ ਨਿਭਾਏ। ਅੰਤਲੇ ਚਰਨ ਪੜ੍ਹ ਕੇ ਸਮਾਪਤੀ ਕਰੀਏ। ਦਾਸ ਜਾਨ ਕਰ ਆਪਨੋ ਜੁਗ ਲੋਕਨ ਸੁਖ ਦੇਨ, ਰਾਖੇ ਦੇ ਕਰ ਹੱਥ ਗੁਰੂ, ਭਈ ਕੁਸ਼ਲ ਸਭ ਚੈਨ। ਹੇ ਅਚੁਤ ਹੈ ਪਾਰ ਬ੍ਰਹਮ ਅਬਨਾਸੀ ਅਬਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਦਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ,
हे गोबिंद हे गुण निधान जाकै सदा विवेक हे अपरंपर हर हरे है पीहो बनहार हे संत कै सदा संग निदारा आधार हे ठाकुर हो दासरो मैं निर्गुण गुण नहीं कोय नानक दीजै नाम दान राखो हिय बरोए आए प्रभ शरणागति कृपा निध दयाल एक अखर हर मन वस्त नानक होत निहाल वाहिगुरु नाम जहाज है चढ़े सो तरे पार जो श्रद्धा कर सेम दे गुरु पार उतारन हार जो श्रद्धा कर सेम दे गुर पार उतारन हार वाहिगुरु जी का खालसा वाहिगुरु जी की फतेह। बोले सो निहाल सत श्री अकाल बोले सो निहाल सत श्री अकाल